ਹਾਰਵੈਸਟ ਟਾਈਮ ਐਂਡ ਲਾਸਟ ਵਿਟਨੈਸ, ਵਾਢੀ ਦਾ ਵੇਲਾ ਅਤੇ ਆਖਰੀ ਗਵਾਹੀ। ਲੂਕਾ ਦੀ ਇੰਜੀਲ ਉਸਦਾ 24 ਅਧਿਆਇ 47 ਤੋਂ 49 ਆਇਤ। ਅਤੇ ਯਰੂਸ਼ਲਮ ਤੋਂ ਲੈ ਕੇ ਸਾਰੀਆਂ ਕੌਮਾਂ ਵਿੱਚ ਉਹਦੇ ਨਾਮ ਉੱਤੇ ਤੌਬਾ ਔਰ ਪਾਪਾਂ ਦੀ ਮਾਫੀ ਦਾ ਪ੍ਰਚਾਰ ਕੀਤਾ ਜਾਵੇਗਾ। ਤੁਸੀਂ ਇਹਨਾਂ ਗੱਲਾਂ ਦੇ ਗਵਾਹ ਹੋ। ਅਤੇ ਵੇਖੋ, ਮੈਂ ਆਪਣੇ ਪਿਤਾ ਦਾ ਕਰਾਰ ਤੁਹਾਡੇ ਉੱਤੇ ਘੱਲਦਾ ਹਾਂ, ਪਰ ਜਦ ਤੀਕਰ ਤੁਸੀਂ ਉੱਪਰੋਂ ਸ਼ਕਤੀ ਨਾ ਪਾਓ, ਸ਼ਹਿਰ ਵਿੱਚ ਰਹੋ। ਰਸੂਲਾਂ ਦੇ ਕਰਤੱਵ 1 ਅਧਿਆਇ 8 ਆਇਤ। ਪਰ ਜਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਔਰ ਸਾਰੇ ਯਹੂਦਿਆ ਅਤੇ ਸਾਮਰੀਆ ਵਿੱਚ ਸਗੋਂ ਧਰਤੀ ਦੇ ਬੰਨੇ ਤੀਕਰ ਮੇਰੇ ਗਵਾਹ ਹੋਵੋਗੇ। ਹੁਣ ਜਿਵੇਂ ਹੀ ਅਸੀਂ ਇਸ ਛੋਟੇ ਜਿਹੇ ਸੰਦੇਸ਼ ਨੂੰ ਖਤਮ ਕਰਾਂਗੇ ਤਾਂ ਤੁਹਾਡੇ ਕੋਲ ਪਰਮੇਸ਼ਵਰ ਦੇ ਤੁਹਾਡੇ ਲਈ ਮਕਸਦ ਅਤੇ ਪ੍ਰੋਗਰਾਮ ਨੂੰ ਲੈ ਕੇ ਅਤੇ ਇਸ ਅੰਤ ਸਮੇਂ ਦੇ ਵਿੱਚ ਉਹ ਕੀ ਕਰਨਾ ਚਾਹੁੰਦਾ ਹੈ, ਇਸ ਬਾਰੇ ਇੱਕ ਬਿਹਤਰ ਸਮਝ ਹੋਵੇਗੀ। ਮੈਂ ਆਪਣੇ ਪੂਰੇ ਦਿਲ ਤੋਂ ਵਿਸ਼ਵਾਸ ਕਰਦਾ ਹਾਂ ਕਿ ਅਸੀਂ ਉਸ ਸਮੇਂ ਵਿੱਚ ਪ੍ਰਵੇਸ਼ ਕਰ ਰਹੇ ਹਾਂ ਜਦੋਂ ਆਗਿਆ ਦਿੱਤੀ ਜਾਵੇਗੀ, ਕਲੀਸਿਆ ਦੇ ਲਈ ਮਹਾਨ ਆਗਿਆ। ਮੈਂ ਇਹ ਵੀ ਵਿਸ਼ਵਾਸ ਕਰਦਾ ਹਾਂ ਕਿ ਅਸੀਂ ਅੰਤ ਸਮੇਂ ਦੀ ਖੁਸ਼ਖਬਰੀ ਵੱਲ ਜਾ ਰਹੇ ਹਾਂ, ਜੋ ਕਿ ਮਸੀਹ ਦੀ ਦੁਲਹਨ ਦੇ ਲਈ ਹੈ। ਮੈਂ ਸਭ ਤੋਂ ਪਹਿਲਾਂ ਅੱਜ ਇੱਥੇ ਕਿਸੇ ਗੱਲ ਉੱਪਰ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਪਰਮੇਸ਼ਵਰ ਦਾ ਇਰਾਦਾ ਜਾਂ ਸੰਪੂਰਨ ਇੱਛਾ ਇਹ ਨਹੀਂ ਸੀ ਕਿ ਉਹ ਭਾਈ ਬ੍ਰੈਨਹਮ ਨੂੰ ਸੰਸਾਰ ਭਰ ਵਿੱਚ ਭੇਜੇ ਅਤੇ ਉਸ ਨੂੰ ਪਰਮੇਸ਼ਵਰ ਦੀ ਸ਼ਕਤੀ ਨੂੰ ਪ੍ਰਗਟ ਕਰਨ ਵਾਲੀ ਉਸ ਦੀ ਮਹਾਨ ਸੇਵਕਾਈ ਦੇ ਵਿੱਚ ਲਿਆਵੇ ਅਤੇ ਫਿਰ ਭਾਈ ਬ੍ਰੈਨਹਮ ਨੂੰ ਆਪਣੇ ਘਰ ਵਾਪਸ ਲੈ ਜਾਵੇ ਅਤੇ ਲੋਕ ਬਸ ਆਲੇ ਦੁਆਲੇ ਬੈਠ ਕੇ ਉਸ ਦੇ ਦੁਆਰਾ ਜੀ ਉੱਠਣ ਦੀ ਉਡੀਕ ਕਰਨ। ਭਾਈ ਬ੍ਰੈਨਹਮ ਪਰਮੇਸ਼ਵਰ ਦੇ ਕੋਲ ਜਾ ਚੁੱਕਾ ਹੈ ਅਤੇ ਉਸਨੇ ਕਿਹਾ ਸੀ, ਜੇ ਪਰਮੇਸ਼ਵਰ ਮੈਨੂੰ ਘਰ ਲੈ ਜਾਂਦਾ ਹੈ ਮੈਂ ਵਾਪਸ ਨਹੀਂ ਆਵਾਂਗਾ। ਭਾਈ ਬ੍ਰੈਨਹਮ ਦਾ ਨਿੱਜੀ ਤੌਰ ਤੇ ਦੁਬਾਰਾ ਜੀ ਉੱਠਣ ਵਿੱਚ ਵਿਸ਼ਵਾਸ ਕਰਨਾ ਕਿ ਉਹ ਆਵੇ ਅਤੇ ਸਭ ਚੀਜ਼ਾਂ ਨੂੰ ਪੂਰਾ ਕਰੇ ਜੋ ਉਸਨੇ ਭਾਰਤ, ਅਫਰੀਕਾ ਅਤੇ ਜਾਪਾਨ ਅਤੇ ਚਿੱਟੇ ਘੁੜਸਵਾਰ, ਆਖਰੀ ਚਰਮ ਬਿੰਦੂ ਅਤੇ ਟੈਂਟ ਦੇ ਨਾਲ ਮੈਕਸੀਕੋ ਦੇ ਦਰਸ਼ਨਾਂ ਵਿੱਚ ਵੇਖੀਆਂ। ਪਰਮੇਸ਼ਵਰ ਦੇ ਉਸ ਜਨ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨੀ ਅਤੇ ਉਸ ਨੂੰ ਜਦ ਕਿ ਉਹ ਜਾ ਚੁੱਕਿਆ ਹੈ ਲਿਆ ਕੇ ਇਹਨਾਂ ਸਾਰੇ ਦਰਸ਼ਨਾਂ ਦੇ ਵਿੱਚ ਫਿੱਟ ਕਰਨਾ, ਇਹ ਇੱਕ ਝੂਠੀ ਸਿੱਖਿਆ ਹੈ। ਇਸ ਦੇ ਬਾਰੇ ਵਿੱਚ ਕੋਈ ਲਿਖਤ ਨਹੀਂ ਹੈ। ਬਾਈਬਲ ਦੇ ਵਿੱਚ ਭਾਈ ਬ੍ਰੈਨਹਮ ਦੇ ਨਿੱਜੀ ਤੌਰ ਤੇ ਦੁਬਾਰਾ ਜੀ ਉੱਠਣ ਦੇ ਬਾਰੇ ਕੋਈ ਵੀ ਲਿਖਤ ਮੌਜੂਦ ਨਹੀਂ ਹੈ। ਭਾਈ ਬ੍ਰੈਨਹਮ ਸਧਾਰਨ ਰੂਪ ਵਿੱਚ ਹੀ ਆਵੇਗਾ ਜਾਂ ਪਹਿਲੇ ਪੁਨਰਥਾਨ ਵਿੱਚ। ਮੈਂ ਪਰਮੇਸ਼ਰ ਦੇ ਨਬੀ ਨੂੰ ਪਿਆਰ ਕਰਦਾ ਹਾਂ, ਪਰ ਭਾਈ ਬ੍ਰੈਨਹਮ ਵਾਢੀ ਦੇ ਦੌਰਾਨ ਪਹਿਲੇ ਪੂਲੇ ਦੀ ਭੇਂਟ ਵਾਂਗ ਸੀ। ਉਹ ਤੁਹਾਨੂੰ ਅਤੇ ਮੈਨੂੰ ਇਹ ਸਿੱਧ ਕਰਨ ਲਈ ਕਿ ਅੰਤ ਸਮੇਂ ਦੇ ਵਿੱਚ ਮਸੀਹ ਦੀ ਦੁਲਹਨ ਇੱਥੇ ਕੀ ਕਰੇਗੀ, 7 ਵਾਰ ਸਾਰੇ ਸੰਸਾਰ ਦੇ ਵਿੱਚ ਸਾਮਰਥ ਅਤੇ ਖੁਸ਼ਖਬਰੀ ਦਾ ਪ੍ਰਦਰਸ਼ਨ ਕਰਦੇ ਹੋਏ ਗਿਆ। ਇਸ ਲਈ ਕਿ ਭਾਈ ਬ੍ਰੈਨਹਮ ਨੇ 7ਵੀਂ ਮੋਹਰ ਅਤੇ 7 ਗਰਜਾਂ ਉੱਪਰ ਕਾਫੀ ਜ਼ੋਰ ਦਿੱਤਾ ਸੀ। ਲੋਕਾਂ ਨੇ ਕੀ ਕੀਤਾ? ਬਾਹਰ ਜਾਣ ਦੀ ਕੋਸ਼ਿਸ਼ ਕੀਤੀ ਅਤੇ ਇਹਨਾਂ ਤਥਾਕਥਿਤ ਨਿੱਜੀ ਗਰਜਨਾਂ ਦੇ ਦੁਆਰਾ ਦੁਲਹਨ ਦੇ ਲਈ ਇੱਕ ਝੂਠੀ ਸੇਵਕਾਈ ਦੀ ਸ਼ੁਰੂਆਤ ਕੀਤੀ ਅਤੇ ਝੂਠੀਆਂ ਗਰਜਾਂ ਦੇ ਤਰਜਮੇ ਅੱਜ ਧਰਤੀ ਉੱਪਰ ਫੈਲ ਰਹੇ ਹਨ। ਪਰ ਅਸੀਂ ਪਾਇਆ ਕਿ ਇਹਨਾਂ ਵਿੱਚ ਕੋਈ ਵੀ ਪਵਿੱਤਰਤਾ ਨਹੀਂ ਹੈ। ਉਹਨਾਂ ਦੀਆਂ ਗਰਜਾਂ ਨੇ ਦੁਲਹਨ ਦੇ ਲਈ ਰਚਨਾ ਕਰਨ ਵਾਲੀ, ਵਚਨ ਬੋਲਣ ਵਾਲੀ ਸੇਵਕਾਈ ਨੂੰ ਪੈਦਾ ਨਹੀਂ ਕੀਤਾ ਅਤੇ ਨਾ ਹੀ ਉਹਨਾਂ ਦੀਆਂ ਝੂਠੀਆਂ ਗਰਜਾਂ ਨੇ ਬੇਦਾਰੀ ਦੇ ਲਈ ਲੋਕਾਂ ਨੂੰ ਇਕੱਠਿਆਂ ਕੀਤਾ। ਲੋਕ ਭਾਈ ਬ੍ਰੈਨਹਮ ਦੇ ਸੰਦੇਸ਼ ਦੇ ਪਿੱਛੇ ਚੱਲਦੇ ਹੋਏ ਹਰ ਤਰ੍ਹਾਂ ਦੇ ਪਾਪ ਵਿੱਚ ਜ਼ਿੰਦਗੀ ਜਿਉਂਦੇ ਹਨ ਅਤੇ ਉਹਨਾਂ ਦੇ ਕੋਲ 7 ਗਰਜਾਂ ਦੇ ਆਪੋ ਆਪਣੇ ਤਰਜਮੇ ਹਨ ਜੋ ਕਿ ਵੱਡੀ ਉਲਝਣ ਪੈਦਾ ਕਰਦੇ ਹਨ। ਪਰਮੇਸ਼ਰ ਦੇ ਕੋਲ ਪਹਿਲਾਂ ਤੋਂ ਠਹਿਰਾਈ ਹੋਈ ਇੱਕ ਯੋਜਨਾ ਹੈ, ਇੱਕ ਪਹਿਲਾਂ ਤੋਂ ਠਹਿਰਾਈ ਹੋਈ ਇੱਛਾ ਹੈ ਕਿ ਉਹ ਆਪਣੀ ਕਲੀਸਿਆ ਨੂੰ ਸਾਮਰਥ ਦੇ ਨਾਲ ਸੰਸਾਰ ਭਰ ਵਿੱਚ ਭੇਜੇ। ਇਹ ਉਹ ਹੈ ਜਿਹਦੇ ਬਾਰੇ ਵਿੱਚ ਅੱਜ ਸਵੇਰ ਮੈਂ ਬੋਲਣਾ ਚਾਹੁੰਦਾ ਹਾਂ। ਭਾਈ ਬ੍ਰੈਨਹਮ ਦੇ ਸੰਦੇਸ਼ ਦੇ ਹੁਣ ਮੈਂ ਕਈ ਹਵਾਲੇ ਪੜ੍ਹਾਂਗਾ। ਕੀ ਤੁਹਾਡਾ ਜੀਵਨ ਖੁਸ਼ਖਬਰੀ ਦੇ ਯੋਗ ਹੈ? 30 ਜੂਨ 1963 ਸਨ। ਉਸਨੇ ਇਹ 3 ਵਾਰ ਕੀਤਾ। ਉਸਨੇ 3 ਵਾਰ ਸੱਦਾ ਭੇਜਿਆ ਅਤੇ ਉਹਨਾਂ ਨੇ ਇਸ ਭੋਜ ਦੇ ਸੱਦੇ ਉੱਪਰ ਆਪਣਾ ਮਨ ਨਹੀਂ ਲਗਾਇਆ। ਤਦ ਉਸਨੇ ਫਿਰ ਸੱਦਾ ਭੇਜਿਆ ਅਤੇ ਉਹਨੇ ਕਿਹਾ, ਜਾਓ ਅਤੇ ਜ਼ੋਰ ਪਾ ਕੇ ਉਹਨਾਂ ਲੋਕਾਂ ਨੂੰ ਲੈ ਕੇ ਆਓ ਤਾਂ ਜੋ ਭੋਜ ਲਈ ਮੇਜ਼ ਲਗਾਇਆ ਜਾਵੇ। ਹੁਣ ਮੇਜ਼ ਤਿਆਰ ਹੈ, ਪਰ ਹਾਲੇ ਵੀ ਜਗ੍ਹਾ ਬਾਕੀ ਹੈ ਅਤੇ ਮੈਂ ਵਿਸ਼ਵਾਸ ਕਰਦਾ ਹਾਂ
ਕਿ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ, ਕੁਝ ਕੁ ਸਾਲਾਂ ਵਿੱਚ ਜਾਂ ਫਿਰ ਜਿੰਨਾ ਵੀ ਸਮਾਂ ਲੱਗਦਾ ਹੈ, ਪਰਮੇਸ਼ਵਰ ਦੇਸ਼ ਭਰ ਵਿੱਚ ਇੱਕ ਹੋਰ ਹਲੂਣਾ ਦੇਣ ਜਾ ਰਿਹਾ ਹੈ, ਤਾਂ ਕਿ ਅਜੇ ਵੀ ਜੇ ਕੋਈ ਬਾਹਰ ਇਸ ਸੰਸਾਰ ਦੇ ਵਿੱਚ ਉਸ ਦਾ ਪੂਰਵ ਨਿਰਧਾਰਿਤ ਬੀਜ ਹੈ, ਉਸ ਉੱਪਰ ਪ੍ਰਕਾਸ਼ ਪ੍ਰਗਟ ਹੋਵੇ। ਇਹ ਕੌਮ ਆਪਣੇ ਆਪ ਵਿੱਚ ਜਾ ਚੁੱਕੀ ਹੈ। ਅੱਜ ਦੀਆਂ ਕਲੀਸਿਆਵਾਂ ਇਸ ਹਾਲਤ ਵਿੱਚ ਕਿਸ ਤਰ੍ਹਾਂ ਹੋ ਸਕਦੀਆਂ ਹਨ? ਇਸ ਲਈ ਕਿਉਂਕਿ ਉਹਨਾਂ ਨੇ ਪਰਮੇਸ਼ਵਰ ਦੇ ਸੰਦੇਸ਼ ਨੂੰ ਰੱਦ ਕਰ ਦਿੱਤਾ, ਭੋਜ ਦੇ ਸੱਦੇ ਨੂੰ ਮਨਾ ਕਰ ਦਿੱਤਾ। ਜਦੋਂ ਪਰਮੇਸ਼ਵਰ ਪਵਿੱਤਰ ਆਤਮਾ ਨੂੰ ਇੱਕ ਮਨੁੱਖ ਦੇ ਦਰਵਾਜ਼ੇ ਉੱਪਰ ਦਸਤਕ ਦੇਣ ਲਈ ਭੇਜਦਾ ਹੈ ਅਤੇ ਮਨੁੱਖ ਇਸ ਨੂੰ ਜਾਣ-ਬੁੱਝ ਕੇ ਬੰਦ ਕਰ ਦਿੰਦਾ ਹੈ, ਕਈ ਵਾਰ ਇਹ ਪਰਮੇਸ਼ਵਰ ਦੇ ਵੱਲੋਂ ਆਖਰੀ ਦਸਤਕ ਹੁੰਦੀ ਹੈ, ਤਾਂ ਤੁਹਾਨੂੰ ਹੋਰ ਜ਼ਿਆਦਾ ਮੌਕਾ ਨਹੀਂ ਮਿਲਦਾ। ਤੁਸੀਂ ਚਰਚ ਵਿੱਚ ਬੈਠ ਸਕਦੇ ਹੋ, ਖੁਸ਼ਖਬਰੀ ਸੁਣ ਸਕਦੇ ਹੋ, ਇਸ ਨਾਲ ਸਹਿਮਤ ਹੋ ਸਕਦੇ ਹੋ, ਤੁਸੀਂ ਬਹੁਤ ਕੁਝ ਕਰ ਸਕਦੇ ਹੋ, ਜਿਵੇਂ ਕਹਿ ਸਕਦੇ ਹੋ, ਹਾਂ ਮੈਂ ਜਾਣਦਾ ਹਾਂ ਕਿ ਸਹੀ ਹੈ, ਪਰ ਇਹਨੂੰ ਕਰਨ ਲਈ ਉਂਗਲ ਵੀ ਨਹੀਂ ਹਿਲਾ ਸਕਦੇ। ਦੇਖਿਆ, ਤੁਸੀਂ ਸਿਰਫ ਇਹਨੂੰ ਸੁਣਿਆ, ਕਿਉਂਕਿ ਤੁਸੀਂ ਕਹਿੰਦੇ ਹੋ ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਇਹ ਸਹੀ ਹੈ। ਇਹ ਸਿਰਫ ਇਸ ਦੇ ਨਾਲ ਹਮਦਰਦੀ ਰੱਖਣਾ ਹੈ। ਮੈਂ ਕਹਿ ਸਕਦਾ ਹਾਂ ਮੈਂ ਵਿਸ਼ਵਾਸ ਕਰਦਾ ਹਾਂ ਕਿ ਉਹ $10,000 ਹਨ, ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਮੇਰੇ ਹਨ। ਦੇਖਿਆ, ਮੈਂ ਕਹਿ ਸਕਦਾ ਹਾਂ ਉਹ ਕਾਫੀ ਠੰਡਾ ਪਾਣੀ ਹੈ, ਪਰ ਪੀਣ ਤੋਂ ਮਨਾ ਕਰ ਸਕਦਾ ਹਾਂ। ਤੁਸੀਂ ਸਮਝੇ ਮੇਰਾ ਕੀ ਮਤਲਬ ਹੈ? ਅਤੇ ਇਸੇ ਤਰ੍ਹਾਂ ਅਨੰਤ ਜੀਵਨ ਹੈ, ਅਤੇ ਇਸ ਨੂੰ ਲੈਣ ਤੋਂ ਮਨਾ ਕਰਨਾ, ਇੱਕ ਦਿਨ ਤੁਸੀਂ ਨਿਆਂ ਅਤੇ ਕਿਰਪਾ ਦੇ ਵਿਚਾਲੇ ਦੀ ਸੀਮਾ ਰੇਖਾ ਨੂੰ ਲੰਘ ਜਾਵੋਗੇ ਅਤੇ ਫਿਰ ਤੁਹਾਡੇ ਕੋਲ ਇਸ ਨੂੰ ਵਾਪਸ ਆ ਕੇ ਲੈਣ ਦਾ ਮੌਕਾ ਨਹੀਂ ਹੋਵੇਗਾ। ਤੁਸੀਂ ਲੋਕ ਜੋ ਇੱਥੇ ਆਉਂਦੇ ਹੋ, ਮੈਂ ਉਹਨਾਂ ਲਈ ਜ਼ਿੰਮੇਵਾਰ ਨਹੀਂ ਹਾਂ ਜੋ ਇਸ ਤੋਂ ਬਿਨਾਂ ਹੋਰ ਸੇਵਾਦਾਰਾਂ ਨਾਲ ਗੱਲਾਂ ਕਰਦੇ ਹੋ, ਪਰ ਜੇ ਇਹ ਸਹੀ ਹੈ ਜੋ ਮੈਂ ਕਿਹਾ, ਤੁਸੀਂ ਇਸ ਲਈ ਆਪਣੀ ਜ਼ਿੰਦਗੀ ਦੇ ਜ਼ਿੰਮੇਵਾਰ ਹੋ। ਤੁਸੀਂ ਇਸ ਤੋਂ ਵੱਧ ਹੋਰ ਕੀ ਲੱਭ ਸਕਦੇ ਹੋ ਜੋ ਤੁਹਾਡੇ ਲਈ ਇਹ ਜਾਣਨ ਨਾਲੋਂ ਵਧੇਰੇ ਲਾਭਦਾਇਕ ਹੋਵੇ ਕਿ ਤੁਸੀਂ ਸਦੀਪਕ ਜੀਵਨ ਪਾ ਸਕਦੇ ਹੋ। ਉਸ ਦੀ ਆਮਦ ਦੇ ਦਿਨ ਨੂੰ ਰੱਦ ਦੇਣਾ ਤੁਹਾਨੂੰ ਪਰਮੇਸ਼ਰ ਦੇ ਕੋਲੋਂ ਅਲੱਗ ਕਰ ਸਕਦਾ ਹੈ। ਹੁਣ ਅਸੀਂ ਦੇਖਦੇ ਹਾਂ, ਪੁਰਾਣੇ ਨੇਮ ਵਿੱਚ ਉਹ ਇਸ ਨੂੰ ਛੁਟਕਾਰੇ ਦਾ ਸਾਲ ਆਖਦੇ ਸਨ। ਉਦੋਂ ਸਾਰੇ ਗੁਲਾਮ ਆਜ਼ਾਦ ਹੋ ਸਕਦੇ ਸਨ ਜਦੋਂ ਛੁਟਕਾਰੇ ਦੇ ਲਈ ਤੁਰੀ ਫੂਕੀ ਜਾਂਦੀ ਸੀ, ਅਤੇ ਤਦ ਜੇਕਰ ਉਹ ਮਨੁੱਖ ਉੱਥੇ ਬਾਹਰ ਨਹੀਂ ਜਾਂਦਾ ਜਾਂ ਉਹ ਕੋਈ ਬਹਾਨਾ ਬਣਾ ਦਿੰਦਾ ਕਿ ਉਹ ਵਾਪਸ ਆਪਣੇ ਦੇਸ਼ ਵਿੱਚ ਜਾਣਾ ਨਹੀਂ ਚਾਹੁੰਦਾ, ਤਦ ਉਸ ਨੂੰ ਹੈਕਲ ਵਿੱਚ ਲਿਜਾ ਕੇ ਉਸ ਦੇ ਕੰਨ ਵਿੰਨ੍ਹ ਦਿੱਤੇ ਜਾਂਦੇ ਸਨ। ਅਤੇ ਤਦ ਹੁਣ ਫਰਕ ਨਹੀਂ ਪੈਂਦਾ ਕਿ ਕਿੰਨੇ ਆਜ਼ਾਦੀ ਦੇ ਵਰ੍ਹੇ ਲੰਘਦੇ ਹਨ, ਉਹ ਮਨੁੱਖ ਸਦਾ ਦੇ ਲਈ ਗੁਲਾਮ ਹੁੰਦਾ ਸੀ। ਉਹ ਕਦੇ ਵੀ ਇਜ਼ਰਾਈਲ ਦਾ ਆਜ਼ਾਦ ਨਾਗਰਿਕ ਨਹੀਂ ਬਣ ਸਕਦਾ ਸੀ। ਉਸਨੇ ਅਜਿਹਾ ਕੀ ਕੀਤਾ? ਉਸਨੇ ਉਸ ਦੇ ਸੱਦੇ ਨੂੰ ਰੱਦ ਕਰ ਦਿੱਤਾ। ਉਸ ਨੂੰ ਆਜ਼ਾਦੀ ਦੀ ਕੋਈ ਕੀਮਤ ਅਦਾ ਨਹੀਂ ਕਰਨੀ ਪੈਣੀ ਸੀ। ਉਸ ਦੀ ਗੁਲਾਮੀ ਦਾ ਕਰਜ਼ ਖਤਮ ਹੋ ਚੁੱਕਾ ਸੀ। ਉਸ ਦਾ ਪਰਿਵਾਰ ਆਜ਼ਾਦ ਸੀ। ਉਹ ਵਾਪਸ ਆਪਣੇ ਦੇਸ਼ ਜਾ ਸਕਦਾ ਸੀ, ਆਪਣੇ ਘਰ ਵਿੱਚ ਰਹਿ ਸਕਦਾ ਸੀ। ਪਰ ਜੇਕਰ ਉਹ ਅਜਿਹਾ ਕਰਨ ਤੋਂ ਮਨਾ ਕਰ ਦਿੰਦਾ ਹੈ, ਉਸ ਦਾ ਇਜ਼ਰਾਈਲ ਵਿੱਚ ਹੋਰ ਕੋਈ ਵੀ ਹਿੱਸਾ ਨਹੀਂ ਹੈ। ਉਸ ਦੀ ਸਾਰੀ ਸੰਪत्ति ਤੋਂ ਲੈ ਕੇ ਕਿਸੇ ਹੋਰ ਨੂੰ ਦੇ ਦਿੱਤੀ ਜਾਂਦੀ। ਜਿਸ ਤਰ੍ਹਾਂ ਪੁਰਾਣੇ ਨੇਮ ਦੇ ਵਿੱਚ ਜਾਜਕ ਆਜ਼ਾਦੀ ਦੇ ਵਰ੍ਹੇ ਤੇ ਤੁਰੀ ਵਜਾਉਣ ਲਈ ਨਿਕਲਦਾ ਅਤੇ ਤਦ ਲੋਕ ਆਜ਼ਾਦ ਹੋ ਜਾਂਦੇ। ਭਾਈ ਬ੍ਰੈਨਹਮ ਨੇ ਸੰਸਾਰ ਦੇ ਵਿੱਚ ਖੁਸ਼ਖਬਰੀ ਦੀ ਤੁਰੀ 7 ਵਾਰ ਵਜਾਈ ਤਾਂ ਜੋ ਅੱਜ ਦੇ ਲੋਕ ਆਜ਼ਾਦ ਹੋ ਜਾਣ ਅਤੇ ਵਾਪਸ ਉਹੀ ਸਾਮਰਥ ਪਾਉਣ ਜੋ ਪਹਿਲੀ ਕਲੀਸਿਆ ਦੇ ਕੋਲ ਸੀ, ਜੋ ਨੀਸੀਆ ਰੋਮ ਦੇ ਵਿੱਚ ਗੁਆਚ ਗਈ ਸੀ। ਉਸ ਸੰਦੇਸ਼ ਦੇ ਸੱਦੇ ਨੂੰ ਰੱਦ ਕਰ ਦੇਣਾ ਤੁਹਾਨੂੰ ਸਰਬਸ਼ਕਤੀਮਾਨ ਪਰਮੇਸ਼ਰ ਕੋਲੋਂ ਅਲੱਗ ਕਰ ਦਿੰਦਾ ਹੈ। ਅਸੀਂ ਬਹੁਤ ਹੀ ਗੰਭੀਰ ਸਮੇਂ ਦੇ ਵਿੱਚ ਹਾਂ। ਇੱਥੇ ਅਮਰੀਕਾ ਵਿੱਚ ਜੋ ਵੀ ਬਚਿਆ ਹੋਇਆ ਨਹੀਂ ਹੈ, ਜਿਸ ਨੇ ਵੀ ਆਪਣਾ ਦਿਲ ਪਰਮੇਸ਼ਰ ਦੇ ਵੱਲ ਨਹੀਂ ਮੋੜਿਆ ਹੈ, ਆਖਰੀ ਗਵਾਹੀ ਧਰਤੀ ਉੱਪਰ ਆਉਣ ਵਾਲੀ ਹੈ। ਅਮਰੀਕਾ ਦੇ ਵਿੱਚ ਜੋ ਵੀ ਮਸੀਹ ਦੀ ਦੁਲਹਨ ਬਚੀ ਹੋਵੇਗੀ, ਇਹ ਆਖਰੀ ਗਵਾਹੀ ਉਸ ਨੂੰ ਆਪਣੇ ਅਧੀਨ ਇਕੱਠਾ ਕਰੇਗੀ ਅਤੇ ਤਦ ਖੁਸ਼ਖਬਰੀ ਅਮਰੀਕਾ ਨੂੰ ਛੱਡ ਦੇਵੇਗੀ। ਇਹ ਬਾਕੀ ਦੇਸ਼ਾਂ ਵਿੱਚ ਚਲੀ ਜਾਵੇਗੀ ਅਤੇ ਆਖਿਰ ਦੇ ਵਿੱਚ ਇਜ਼ਰਾਈਲ ਵਿੱਚ ਆ ਕੇ ਖਤਮ ਹੋਵੇਗੀ। ਤਦ ਉਹ ਵੀ ਉਸ ਸਾਮਰਥ ਨੂੰ ਪਾਉਣਗੇ ਜੋ ਕਿ ਪਰਾਈਆਂ ਜਾਤੀਆਂ ਨੇ ਖੁਸ਼ਖਬਰੀ ਦੁਆਰਾ ਪਾਈ ਸੀ। ਅਸੀਂ ਅੰਤ ਤੇ ਹਾਂ। ਇਹ ਧਿਆਨ ਦੇਣ ਜੋ ਗੱਲ ਹੈ ਕਿ ਪਰਾਈਆਂ ਜਾਤੀਆਂ ਦੇ ਲੋਕ ਕੁਰਨੇਲੀਅਸ ਦੇ ਘਰ ਆਏ। ਉਹਨਾਂ ਨੂੰ 7 ਵਾਰ ਤੌਬਾ ਕਰਨ ਦਾ ਮੌਕਾ ਦਿੱਤਾ ਗਿਆ। ਕਲੀਸੇ ਕਾਲਾਂ ਦਾ ਸਮਾਂ, ਆਖਰੀ ਕਲੀਸੇ ਕਾਲ ਦੇ ਅੰਤ ਤੇ ਭਾਈ ਬ੍ਰੈਨਹਮ ਲਾਉਦੀਕਿਆ ਕਾਲ ਵਿੱਚ ਆਇਆ। ਉਸਨੇ ਤੁਹਾਨੂੰ ਅਤੇ ਮੈਨੂੰ ਦਿਖਾਇਆ ਕਿ ਪਰਾਈਆਂ ਜਾਤੀਆਂ ਦਾ ਸਮਾਂ ਖਤਮ ਹੋ ਰਿਹਾ ਹੈ। ਪਰਾਈਆਂ ਜਾਤੀਆਂ ਦੇ ਸਮੇਂ ਤੋਂ ਬਾਅਦ ਕੀ ਹੁੰਦਾ ਹੈ ਕਿ ਖੁਸ਼ਖਬਰੀ ਇੱਕ ਦਿਨ ਯਹੂਦੀਆਂ ਦੇ ਵੱਲ ਮੁੜ ਜਾਂਦੀ ਹੈ। ਇਜ਼ਰਾਈਲੀ ਦੁਨੀਆ ਦੇ ਬਾਕੀ ਹਿੱਸਿਆਂ ਤੋਂ ਵਾਪਸ ਆ ਕੇ ਆਪਣੇ ਦੇਸ਼ ਵਿੱਚ ਇਕੱਠੇ ਹੋ ਚੁੱਕੇ ਹਨ। ਉਹ ਮਸੀਹਾ ਦੀ ਉਡੀਕ ਵਿੱਚ ਹਨ। ਉਹ ਹੈਕਲ ਦੀ ਬਚੀ ਹੋਈ ਦੀਵਾਰ, ਜਿਸ ਨੂੰ ਰੋਣ ਵਾਲੀ ਦੀਵਾਰ ਕਿਹਾ ਜਾਂਦਾ ਹੈ,
ਦੇ ਨਾਲ ਲੱਗ ਕੇ ਰੋ ਰਹੇ ਹਨ ਅਤੇ ਇਸ ਦੇਸ਼ ਨੇ ਪਰਮੇਸ਼ਵਰ ਦੀ ਸਭ ਤੋਂ ਮਹਾਨ ਸਾਮਰਥ, ਜਿਸ ਦਾ ਕਿ ਸੰਸਾਰ ਦੇ ਇਤਿਹਾਸ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ, ਉਸ ਨੂੰ ਵੇਖਿਆ। ਇੱਥੇ ਕਾਂਗਰਸਮੈਨ ਅਪਸ਼ਾ, ਇੱਕ ਮਸ਼ਹੂਰ ਰਾਜਨੀਤਿਕ ਸ਼ਖਸ ਨੂੰ ਚੰਗਿਆਈ ਮਿਲੀ। ਇੱਥੇ ਪਰਮੇਸ਼ਵਰ ਨੇ ਤੂਫਾਨਾਂ ਨੂੰ ਰੋਕ ਦਿੱਤਾ, ਗਲਹਿਰੀਆਂ ਨੂੰ ਪੈਦਾ ਕਰ ਦਿੱਤਾ, ਲੋਕਾਂ ਦੀਆਂ ਰਸੋਲੀਆਂ ਨੂੰ ਖਤਮ ਕਰ ਦਿੱਤਾ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਕੈਂਸਰ ਤੋਂ ਨਿਜਾਤ ਪਾਈ, ਮੁਰਦਿਆਂ ਨੂੰ ਜਿਉਂਦੇ ਕੀਤਾ ਗਿਆ। ਇਸ ਦੀ ਚਰਚਾ ਅਖਬਾਰਾਂ ਦੇ ਵਿੱਚ ਸੀ ਅਤੇ ਅਮਰੀਕੀ ਰਾਸ਼ਟਰਪਤੀ ਭਵਨ ਦੇ ਵਿੱਚ ਸੀ, ਵਾਈਟ ਹਾਊਸ। ਇਸ ਸਭ ਕੁਝ ਦੇ ਬਾਵਜੂਦ ਵੀ ਝੂਠੀ ਧਾਰਮਿਕ ਕਲੀਸੇ ਪ੍ਰਣਾਲੀ, ਜਥੇਬੰਦੀਆਂ ਅਤੇ ਮਿਸ਼ਨਾਂ ਨੇ ਪਰਮੇਸ਼ਵਰ ਦੇ ਨਬੀ ਨੂੰ ਰੱਦ ਕਰ ਦਿੱਤਾ। ਇਹੀ ਕਾਰਨ ਹੈ ਕਿ ਇਸ ਦੇਸ਼ ਦਾ ਖਤਮ ਹੋਣਾ ਤੈਅ ਹੈ ਅਤੇ ਇੱਕ ਦਿਨ ਭਾਈ ਬ੍ਰੈਨਹਮ ਦੇ ਦਰਸ਼ਨ ਅਨੁਸਾਰ ਪਰਮਾਣੂ ਬੰਬ ਅਮਰੀਕਾ ਤੇ ਡਿੱਗੇਗਾ। ਉਸਨੇ ਵੇਖਿਆ ਕਿ ਅਮਰੀਕਾ ਰਾਖ ਦੀ ਢੇਰੀ ਵਿੱਚ ਬਦਲ ਗਿਆ। ਉਸਨੇ ਵੇਖਿਆ ਕਿ ਕੈਲੀਫੋਰਨੀਆ ਸਮੁੰਦਰ ਦੇ ਵਿੱਚ ਗਰਕ ਹੋ ਗਿਆ। ਪਰਮੇਸ਼ਵਰ ਦੀ ਆਖਰੀ ਗਵਾਹੀ ਧਰਤੀ ਉੱਪਰ ਆਉਣ ਵਾਲੀ ਹੈ। ਇੱਥੇ ਹੋਰ ਕੋਈ ਖੁਸ਼ਖਬਰੀ ਦਾ ਸੰਦੇਸ਼ ਨਹੀਂ ਹੋਵੇਗਾ। ਹੁਣ ਮੈਨੂੰ ਸਪਸ਼ਟ ਤੌਰ ਤੇ ਸੁਣ ਲਓ, ਪਰਾਈਆਂ ਕੌਮਾਂ ਦੇ ਲਈ ਖੁਸ਼ਖਬਰੀ ਦਾ ਹੋਰ ਕੋਈ ਵੀ ਸੰਦੇਸ਼ ਨਹੀਂ ਹੋਵੇਗਾ। ਇਹ ਆਖਰੀ ਸੰਦੇਸ਼ ਹੈ। ਜਾਂ ਤਾਂ ਤੁਸੀਂ ਇਸ ਤੇ ਵਿਸ਼ਵਾਸ ਕਰੋਗੇ ਅਤੇ ਇਸ ਨੂੰ ਕਬੂਲ ਕਰੋਗੇ ਅਤੇ ਪਵਿੱਤਰ ਆਤਮਾ ਦੀ ਭਰਪੂਰੀ ਪਾ ਲਵੋਗੇ, ਜਾਂ ਤੁਸੀਂ ਇੱਥੇ ਹੀ ਰਹੋਗੇ ਅਤੇ ਕਲੇਸ਼ ਕਾਲ ਵਿੱਚ ਜਾਵੋਗੇ। ਸਾਡੇ ਕੋਲ ਮੌਕਾ ਹੈ, ਸਾਡੇ ਕੋਲ ਅੱਜ ਸਵੇਰ ਅਵਸਰ ਹੈ। ਇਹ ਸਾਡੇ ਕੋਲ ਸਾਲਾਂ ਦਰ ਸਾਲਾਂ ਤੋਂ ਸੀ। ਇਹ ਪਰਾਈਆਂ ਕੌਮਾਂ ਦੇ ਲਈ ਆਖਰੀ ਖੁਸ਼ਖਬਰੀ ਹੈ ਅਤੇ ਇਹ ਯਹੂਦੀਆਂ ਦੇ ਵੱਲ ਮੁੜ ਜਾਣ ਲਈ ਤਿਆਰ ਹੈ। ਹੁਣ ਤੁਸੀਂ ਆਖੋਗੇ ਇਹ ਲਿਖਤਾਂ ਵਿੱਚ ਕਿੱਥੇ ਹੈ? ਇਹ ਠੀਕ ਇੱਥੇ ਰੋਮੀਆਂ 11 ਦੇ 25 ਤੋਂ 28 ਆਇਤਾਂ ਦੇ ਵਿੱਚ ਹੈ। ਹੁਣ ਹੇ ਭਰਾਵੋ, ਕਿਤੇ ਇਉਂ ਨਾ ਹੋਵੇ ਜੋ ਤੁਸੀਂ ਆਪਣੀ ਜਾਂਚ ਵਿੱਚ ਸਿਆਣੇ ਬਣ ਬੈਠੋ। ਮੈਂ ਚਾਹੁੰਦਾ ਹਾਂ ਜੋ ਤੁਸੀਂ ਇਸ ਭੇਤ ਤੋਂ ਅਣਜਾਣ ਨਾ ਰਹੋ ਕਿ ਕੁਝ ਕਠੋਰਤਾ ਇਜ਼ਰਾਈਲ ਉੱਤੇ ਆਣ ਪਈ ਹੈ ਅਤੇ ਪਈ ਰਹੇਗੀ, ਜਿੰਨਾ ਚਿਰ ਪਰਾਈਆਂ ਕੌਮਾਂ ਦੀ ਭਰਪੂਰੀ ਨਾ ਹੋ ਲਵੇ। ਅਤੇ ਇਸੇ ਤਰ੍ਹਾਂ ਸਾਰਾ ਇਜ਼ਰਾਈਲ ਬਚ ਜਾਵੇਗਾ, ਜਿਵੇਂ ਲਿਖਿਆ ਹੋਇਆ ਹੈ, ਇਜ਼ਰਾਈਲ ਦਾ ਛੁਡਾਉਣ ਵਾਲਾ ਸਿਯੋਨ ਤੋਂ ਨਿਕਲੇਗਾ। ਉਹ ਯਾਕੂਬ ਤੋਂ ਅਭਗਤੀ ਹਟਾਵੇਗਾ ਅਤੇ ਉਹਨਾਂ ਦੇ ਨਾਲ ਮੇਰਾ ਇਹ ਨੇਮ ਹੋਵੇਗਾ, ਜਾਂ ਮੈਂ ਉਹਨਾਂ ਦੇ ਪਾਪ ਚੁੱਕ ਲੈ ਜਾਵਾਂਗਾ। ਇੰਜੀਲ ਦੇ ਅਨੁਸਾਰ ਉਹ ਤੁਹਾਡੇ ਕਾਰਨ ਵੈਰੀ ਹਨ, ਪਰ ਚੋਣ ਦੇ ਅਨੁਸਾਰ ਵੱਡਿਆਂ ਦੇ ਕਾਰਨ ਪਿਆਰੇ ਹਨ। ਇਹ ਪਰਾਈਆਂ ਕੌਮਾਂ ਦੇ ਲਈ ਆਖਰੀ ਸੱਦਾ ਹੈ। ਜਿੱਥੋਂ ਤੱਕ ਪਰਾਈਆਂ ਕੌਮਾਂ ਦੀ ਮੁਕਤੀ ਦਾ ਸਵਾਲ ਹੈ, ਅਸੀਂ ਸਮੇਂ ਦੇ ਅੰਤਿਮ ਦੌਰ ਦੇ ਵਿੱਚ ਰਹਿ ਰਹੇ ਹਾਂ। ਕਲੀਸਿਆ ਦੇ ਕੋਲ ਸਾਮਰਥ ਆਵੇਗੀ, ਜਿਸ ਤਰ੍ਹਾਂ ਅਸੀਂ ਪਰਮੇਸ਼ਰ ਦੇ ਬੰਦੇ ਕੋਲੋਂ ਸੁਣਦੇ ਰਹੇ ਹਾਂ। ਵਾਢੀ ਦੇ ਸਮੇਂ ਦਾ ਆਉਣਾ ਦੁਲਹਨ ਨੂੰ ਵਚਨ ਦੇ ਦੁਆਲੇ ਇਕੱਠਾ ਕਰੇਗਾ। ਅਤੇ ਹੁਣ ਇਹ ਨਾ ਭੁੱਲੋ ਕਿ ਵਾਢੀ ਦੇ ਸਮੇਂ ਮੂਰਖ ਕੁਆਰੀਆਂ ਦੀ ਗਿਣਤੀ ਦੁਲਹਨ ਨਾਲੋਂ ਜ਼ਿਆਦਾ ਹੋਵੇਗੀ। ਇੱਕ ਤੇਲ ਲੈਣ ਗਈ ਅਤੇ ਇੱਕ ਨਹੀਂ ਗਈ। ਮੱਤੀ 25 ਅਧਿਆਇ। ਸਾਡੇ ਕੋਲ ਹੁਣ ਜ਼ਿਆਦਾ ਸਮਾਂ ਨਹੀਂ ਹੈ ਕਿ ਅਸੀਂ ਇਸ ਦੀ ਗਹਿਰਾਈ ਦੇ ਵਿੱਚ ਜਾਈਏ। ਧਿਆਨ ਦੇਣ ਯੋਗ ਗੱਲ ਇਹ ਵੀ ਹੈ ਕਿ ਮਸੀਹ ਦੀ ਦੁਲਹਨ ਦੇ ਦੁਆਰਾ ਪਰਮੇਸ਼ਰ ਦੀ ਸਾਮਰਥ ਦਾ ਪ੍ਰਦਰਸ਼ਨ ਹੋਵੇਗਾ, ਜੋ ਕਿ ਅੱਜ ਦੇ ਇਸ ਵਿਗਿਆਨਕ ਯੁੱਗ ਨਾਲੋਂ ਵੱਧ ਕੇ ਹੋਵੇਗਾ। ਇਹ ਇੱਕ ਵਿਗਿਆਨਕ ਯੁੱਗ ਹੈ। ਇਹ ਕਾਲੇ ਘਮੰਡੀ ਲੋਕਾਂ ਦਾ ਯੁੱਗ ਹੈ। ਦੂਜਾ ਤਿਮੋਥੀਅਸ। ਅੱਜ ਇਸ ਸੰਸਾਰ ਦੇ ਲੋਕ ਅਤੇ ਉਹਨਾਂ ਦੀ ਪੜ੍ਹਾਈ ਸੰਸਾਰ ਦੇ ਇਤਿਹਾਸ ਵਿੱਚ ਚਰਮ ਸੀਮਾ ਤੇ ਹੈ ਅਤੇ ਇਹ ਇੱਕ ਵਿਗਿਆਨਕ ਯੁੱਗ ਹੈ। ਉਹ ਹਰ ਇੱਕ ਚੀਜ਼ ਦੀ ਸਮੀਖਿਆ ਕਰਨੀ ਚਾਹੁੰਦੇ ਹਨ। ਉਹ ਹਰ ਇੱਕ ਚੀਜ਼ ਨੂੰ ਜਾਣਨਾ ਚਾਹੁੰਦੇ ਹਨ। ਉਹ ਇਸ ਦੀ ਸਧਾਰਨਤਾਈ ਨੂੰ ਨਹੀਂ ਲੈ ਸਕਦੇ। ਆਦ ਵਿੱਚ ਪਰਮੇਸ਼ਰ ਨੇ ਉਤਪਤ ਕੀਤਾ। ਇਹ ਉਹਨਾਂ ਦੇ ਦਿਮਾਗ ਲਈ ਬੇਹੱਦ ਕਠਿਨ ਹੈ। ਪਰਮੇਸ਼ਰ ਨੇ ਮਨੁੱਖੀ ਸਰੀਰ ਨੂੰ ਬਣਾਇਆ। ਪਰਮੇਸ਼ਰ ਤੋਂ ਵੱਡਾ ਡਾਕਟਰ ਕੌਣ ਹੈ? ਕੇਵਲ ਸਰੀਰ ਹੀ ਨਹੀਂ, ਪਰ ਜਾਣ ਬਾਰੇ ਕੀ? ਪਰਮੇਸ਼ਰ ਦੀ ਸਮਝ, ਜਿਸ ਦੀ ਅਸੀਂ ਸੇਵਾ ਕਰਦੇ ਹਾਂ, ਅੱਜ ਦੇ ਇਸ ਸੰਸਾਰ ਦੇ ਵਿਗਿਆਨਕ ਗਿਆਨ ਤੋਂ ਬਹੁਤ ਮਹਾਨ ਹੈ। ਇਹੀ ਕਾਰਨ ਹੈ ਕਿ ਪ੍ਰਭੂ ਨੇ ਉਹਨਾਂ ਨੂੰ ਹੈਰਾਨ ਕਰ ਦਿੱਤਾ ਜਦੋਂ ਉਸਨੇ ਉਹਨਾਂ ਨੂੰ ਅੱਗ ਦੇ ਖੰਭੇ ਦੀ ਫੋਟੋ ਲੈਣ ਦਿੱਤੀ। ਅਤੇ ਇਹ ਸੰਸਾਰ ਦੇ ਇਤਿਹਾਸ ਵਿੱਚ ਇੱਕੋ ਇੱਕ ਵਿਗਿਆਨਕ ਦਸਤਾਵੇਜ਼ ਹੈ ਜੋ ਹਿਊਸਟਨ, ਟੈਕਸਾਸ ਵਿੱਚ ਲਿਆ ਗਿਆ ਅਤੇ ਸਾਬਿਤ ਕਰਦਾ ਹੈ ਕਿ ਪਰਮੇਸ਼ਰ ਵਿਲੀਅਮ ਮੈਰੀਅਨ ਬ੍ਰੈਨਹਮ ਦੇ ਨਾਲ ਸੀ। ਤੁਸੀਂ ਉਸ ਅੱਗ ਦੇ ਖੰਭੇ ਨੂੰ ਬਿਲੀ ਗ੍ਰਾਹਮ ਦੇ ਨਾਲ ਕਿਉਂ ਨਹੀਂ ਦੇਖਦੇ? ਕਿਉਂ ਇਹ ਔਰ ਰਾਬਰਟ ਦੇ ਉੱਪਰ ਨਹੀਂ ਦਿਖਦਾ? ਇਹ ਐਲਨ ਅਤੇ ਅੱਜ ਦੇ ਸਾਰੇ ਝੂਠੇ ਪ੍ਰਚਾਰਕਾਂ ਨਾਲ ਜੋ ਵੀ ਧਰਤੀ ਤੇ ਪ੍ਰਚਾਰ ਕਰ ਰਹੇ ਹਨ, ਕਿਉਂਕਿ ਇਹ ਭਾਈ ਬ੍ਰੈਨਹਮ ਦੇ ਕੋਲ ਸੀ ਅਤੇ ਬਾਕੀਆਂ ਦੇ ਕੋਲ ਨਹੀਂ ਸੀ। ਅਸੀਂ ਕਿਸੇ ਚੀਜ਼ ਵੱਲ ਅੱਗੇ ਵਧ ਰਹੇ ਹਾਂ ਜਿਸ ਦੇ ਉੱਪਰ ਅੱਜ ਦੇ ਵਿਗਿਆਨੀ ਸਵਾਲ ਕਰਨਗੇ। ਉਹ ਪਰਮੇਸ਼ਵਰ ਦੀ ਰਚਨਾ ਕਰਨ ਵਾਲੀ ਤਾਕਤ ਨੂੰ ਨਹੀਂ ਸਮਝ ਸਕਦੇ। ਤਦ ਵੀ ਇਹ ਕਲੀਸਿਆ ਵਿੱਚ ਆਉਣ ਜਾ ਰਹੀ ਹੈ। ਭਾਈ ਬ੍ਰੈਨਹਮ ਨੇ ਪਰਮੇਸ਼ਵਰ ਦੇ ਵਚਨ ਦਾ ਖਾਲਸ ਵੀ ਬੀਜਿਆ ਅਤੇ ਤਦ ਯਾਦ ਰੱਖੋ, ਦਰਸ਼ਨ ਦੇ ਮੁਤਾਬਕ ਮਨੁੱਖ ਦੇ ਪੁੱਤਰ ਨੇ ਪਰਮੇਸ਼ਵਰ ਦੇ ਖਾਲਸ ਵਚਨ ਦਾ ਬੀਜ ਬੀਜਿਆ
ਯਾਦ ਰੱਖੋ, ਬਾਅਦ ਵਿੱਚ ਜਦੋਂ ਬੀਜ ਬੀਜਿਆ ਗਿਆ ਤਦ ਇੱਕ ਜਾਣਾ ਕਾਲੇ ਵਸਤਰਾਂ ਵਿੱਚ ਆਉਂਦਾ ਹੈ, ਵਿਰੋਧਤਾਈ ਦਾ ਬੀਜ ਬੀਜਦਾ ਹੈ। ਭਾਈ ਬ੍ਰੈਨਹਮ ਨੇ ਸੱਚਾ ਬੀਜ ਬੀਜਿਆ, ਪਰਮੇਸ਼ਰ ਦਾ ਖਾਲਸ ਬੀਜ। ਨਬੀ ਦੇ ਵਾਪਸ ਪਰਮੇਸ਼ਰ ਕੋਲ ਜਾਣ ਤੋਂ ਬਾਅਦ ਸਾਰੇ ਦੇਸ਼ ਅਤੇ ਸੰਸਾਰ ਭਰ ਦੇ ਵਿੱਚ ਲੋਕ ਉੱਠ ਖਲੋਤੇ ਅਤੇ ਭਾਈ ਬ੍ਰੈਨਹਮ ਦੇ ਪ੍ਰਚਾਰ ਤੋਂ ਵੱਖਰਾ ਬੀਜ ਬੀਜਣ ਲੱਗੇ। ਹੁਣ ਜਦੋਂ ਇੱਕ ਮਨੁੱਖ ਕਹਿੰਦਾ ਹੈ ਕਿ ਬੇਦਾਰੀ ਖਤਮ ਹੋ ਗਈ ਹੈ, ਉਹ ਵਿਰੋਧਤਾਈਆਂ ਦਾ ਬੀਜ ਬੀਜਦਾ ਹੈ। ਜਦੋਂ ਕੋਈ ਮਨੁੱਖ ਆਖਦਾ ਹੈ ਕਿ ਪਰਮੇਸ਼ਰ ਦੇ ਪ੍ਰਗਟ ਕੀਤੇ ਹੋਏ ਪੁੱਤਰ ਦ੍ਰਿਸ਼ ਉੱਪਰ ਨਹੀਂ ਆਉਣਗੇ, ਉਹ ਵਿਰੋਧਤਾਈ ਦਾ ਬੀਜ ਬੀਜਦਾ ਹੈ। ਜਦੋਂ ਉਹ ਭਾਈ ਬ੍ਰੈਨਹਮ ਨੂੰ ਨਿੱਜੀ ਪੁਨਰ ਉਥਾਨ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਹਨ, ਤਦ ਯਾਦ ਰੱਖੋ ਉਹ ਵਿਰੋਧਤਾਈਆਂ ਦੇ ਬੀਜ ਬੀਜਦੇ ਹਨ। ਜਾਂ ਉਹ ਭਾਈ ਬ੍ਰੈਨਹਮ ਨੂੰ 30 ਜਾਂ 40 ਦਿਨ ਦੀ ਸੇਵਕਾਈ ਵਿੱਚ ਫਿੱਟ ਕਰਨ ਦੀ ਕੋਸ਼ਿਸ਼ ਕਰਦੇ ਹਨ, ਜੋ ਧਰਤੀ ਉੱਪਰ ਪੁਨਰ ਉਥਾਨ ਤੋਂ ਪਹਿਲਾਂ ਹੋਵੇਗੀ, ਤਾਂ ਉਹ ਵਿਰੋਧਤਾਈਆਂ ਦੇ ਬੀਜ ਬੀਜਦੇ ਹਨ। ਮੈਂ ਆਪਣੇ ਪੂਰੇ ਦਿਲ ਤੋਂ ਵਿਸ਼ਵਾਸ ਕਰਦਾ ਹਾਂ ਕਿ ਮਸੀਹ ਦੀ ਦੁਲਹਨ ਦੇ ਕੋਲ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਮਹਾਨ ਸੇਵਕਾਈ ਹੋਵੇਗੀ। ਅੰਤ ਸਮੇਂ ਦਾ ਖੁਸ਼ਖਬਰੀ ਦਾ ਪ੍ਰਚਾਰ 3 ਜੂਨ 1962 ਸਨ। ਅਸੀਂ ਚਰਚ ਵਿੱਚ ਸ਼ਾਮਲ ਹੋਣ ਦੇ ਲਈ ਤੇ ਆਪਣਾ ਨਾਮ ਕਿਤਾਬਾਂ 'ਚ ਦਰਜ ਕਰਾਉਣ ਦੇ ਲਈ ਕਾਫੀ ਕੁਝ ਕੀਤਾ ਹੈ ਅਤੇ ਹੋਰ ਬਹੁਤ ਕੁਝ, ਪਰ ਸ਼ਾਮ ਦੇ ਸਮੇਂ ਮਸੀਹ ਦੀ ਉਹ ਹੀ ਮਹਾਨ ਸਾਮਰਥ ਕਲੀਸਿਆ ਉੱਪਰ ਆ ਜਾਵੇਗੀ, ਜਿਸ ਤਰ੍ਹਾਂ ਉਸਨੇ ਪੂਰਬ ਵਿੱਚ ਕੀਤਾ ਸੀ, ਪੱਛਮ ਵਿੱਚ ਵੀ ਇਸੇ ਤਰ੍ਹਾਂ ਹੋਵੇਗਾ। ਇਹੀ ਕਾਰਨ ਹੈ ਕਿ ਮੈਂ ਸ਼ਾਮ ਦੇ ਸਮੇਂ ਦੇ ਪ੍ਰਚਾਰ ਬਾਰੇ ਬੋਲਣਾ ਚਾਹੁੰਦਾ ਹਾਂ। ਅੰਤ ਸਮੇਂ ਦਾ ਖੁਸ਼ਖਬਰੀ ਦਾ ਪ੍ਰਚਾਰ 3 ਜੂਨ 1962 ਸਨ। ਦੇਖੋ, ਅਸੀਂ ਅੰਤ ਦੇ ਸਮੇਂ ਤੇ ਹਾਂ, ਪਰ ਤੁਸੀਂ ਦੇਖੋ, ਅਸੀਂ ਇੱਥੇ ਪੁਰਾਣੇ ਚਰਚ ਯੁੱਗ ਦੀਆਂ ਵਿਵਸਥਾਵਾਂ ਤੋਂ ਬਦਲ ਗਏ ਹਾਂ, ਜਿੱਥੇ ਉਹ ਨਿਰਾਸ਼ਾਜਨਕ ਦਿਨ ਸੀ। ਬਸ ਚਰਚ ਵਿੱਚ ਸ਼ਾਮਲ ਹੋਵੋ ਅਤੇ ਕਿਤਾਬ ਵਿੱਚ ਆਪਣਾ ਨਾਮ ਲਿਖਵਾਓ ਜਦ ਤੱਕ ਇਹ ਸ਼ਾਮਾਂ ਦੀ ਰੋਸ਼ਨੀ ਨਹੀਂ ਆਈ। ਬਹਾਲੀ, ਪਵਿੱਤਰ ਆਤਮਾ ਦਾ ਧਰਤੀ ਤੇ ਵਾਪਸ ਆਉਣਾ, ਇੱਕ ਹੋਰ ਪੈਂਤੇਕੋਸਤ, ਹੋਰ ਨਿਸ਼ਾਨ, ਹੋਰ ਚੀਜ਼ ਜੋ ਵਾਪਰੀ ਸੀ, ਅਤੇ ਲੋਕਾਂ ਨੇ ਇਸ ਦਾ ਵਿਸ਼ਵਾਸ ਨਹੀਂ ਕੀਤਾ, ਕਿਉਂਕਿ ਇਹ ਸਭ ਕੁਝ ਬਿਲਕੁਲ ਉਸੇ ਤਰ੍ਹਾਂ ਹੋਇਆ ਜਿਵੇਂ ਕਿ ਯਿਸੂ ਮਸੀਹ ਦੇ ਸਮੇਂ ਵਿੱਚ ਸੀ। ਦੇਖਿਆ, ਮੱਤੀ 24, ਯਿਸੂ ਨੇ ਇਸ ਦਿਨ ਬਾਰੇ ਦੱਸਿਆ। ਉਸਨੇ ਕਿਹਾ, ਯਹੂਦੀ ਅੰਤ ਦੇ ਸਮੇਂ ਵਿੱਚ ਮੁੜ ਇਕੱਠੇ ਹੋਣਗੇ। ਉਸਨੇ ਕਿਹਾ, ਜਦੋਂ ਤੁਸੀਂ ਹੰਜੀਰ ਦੇ ਦਰਖਤਾਂ ਨੂੰ ਫੁੱਟਦਾ ਹੋਇਆ ਵੇਖੋ, ਤਦ ਜਾਣ ਲਓ ਕਿ ਸਮਾਂ ਨੇੜੇ ਹੈ। ਉਸਨੇ ਕਿਹਾ, ਇਹ ਸਮਾਂ ਉਲਝਣ ਭਰਿਆ ਹੋਵੇਗਾ, ਦੇਸ਼ ਤੰਗ ਹਾਲੀ ਵਿੱਚ ਹੋਣਗੇ, ਆਦਮੀਆਂ ਦੇ ਦਿਲ ਡਰ ਨਾਲ ਦਹਿਲ ਜਾਣਗੇ, ਸਮਾਂ ਆਵੇਗਾ ਅਤੇ ਚਰਚ ਸੀਲ ਗਰਮ ਹੋ ਜਾਵੇਗਾ। ਅੰਤ ਸਮੇਂ ਵਿੱਚ ਲਾਉਦੀਕਿਆ ਯੁੱਗ। ਦੇਖਿਆ, ਇੱਕ ਹੀ ਹੈ। ਇੱਥੇ ਯਿਸੂ ਇਸ ਕਾਲ ਦੇ ਅੰਤ ਦੀ ਭਵਿੱਖਬਾਣੀ ਕਰ ਰਿਹਾ ਹੈ, ਪਰ ਚਰਚ ਰੀਤੀ ਰਿਵਾਜਾਂ, ਆਪਣੇ ਮਨ ਘੜਤ ਵਿਸ਼ਵਾਸ ਅਤੇ ਅਕੀਦਿਆਂ ਵਿੱਚ ਫਸ ਗਿਆ ਜਦ ਤੱਕ ਉਹ ਇਸ ਵਚਨ ਤੋਂ ਖੁੰਝ ਨਹੀਂ ਗਏ। ਹੁਣ ਤੁਸੀਂ ਵੇਖਦੇ ਹੋ ਕਿ ਸ਼ਾਮ ਵੇਲੇ ਦਾ ਪ੍ਰਚਾਰ ਕਿਸ ਤਰ੍ਹਾਂ ਦਾ ਹੋਵੇਗਾ। ਉਹ ਇਸ ਨੂੰ ਕਰਨ ਵਾਲਿਆਂ ਨੂੰ ਪਾਗਲ ਆਖਣਗੇ, ਉਹ ਬਿਲਕੁਲ ਅਲੱਗ ਹੋਣਗੇ। 2 ਤਿਮੋਥੀਅਸ 3:1 ਪਵਿੱਤਰ ਆਤਮਾ ਅੰਤ ਦੇ ਸਮੇਂ ਵਿੱਚ ਮਹਾਨ ਦਿਮਾਗੀ ਯੁੱਗ ਬਾਰੇ ਦੱਸਦਾ ਹੈ। ਕੀ ਤੁਸੀਂ ਇਹ ਜਾਣਦੇ ਸੀ? ਇਹ ਕਿਉਂ ਹੈ? ਮੈਂ ਬਾਹਰ ਦੇਸ਼ਾਂ ਵਿੱਚ ਜਾਂਦਾ ਹਾਂ, 1.5 ਲੱਖ, 2 ਲੱਖ, 5 ਲੱਖ ਲੋਕ ਬਸ ਟੈਬਰਨੇਕਲ ਵਿੱਚ ਲਗਭਗ ਹਰ ਰੋਜ਼ ਮੀਟਿੰਗਾਂ ਵਿੱਚ ਜਾਂਦੇ ਹਨ ਅਤੇ 10, 20, 30 ਹਜ਼ਾਰ ਲੋਕ ਪਰਮੇਸ਼ਰ ਨੂੰ ਮਹਿਮਾ ਦੇਣ ਦੇ ਲਈ ਆਪਣੇ ਗੋਡਿਆਂ ਪਾਰ ਹੁੰਦੇ ਹਨ। ਉਹ ਇਸ ਨੂੰ ਵੇਖਦੇ ਹਨ। ਅਜਿਹੀ ਕੀ ਗੱਲ ਹੈ ਕਿ ਇਹ ਅਮਰੀਕਾ ਵਿੱਚ ਨਹੀਂ ਹੁੰਦਾ? ਇਹ ਦਿਮਾਗੀ ਬੁੱਧ ਦਾ ਸਮਾਂ ਹੈ। ਉਹਨਾਂ ਨੂੰ ਕੋਈ ਅਜਿਹਾ ਚਾਹੀਦਾ ਹੈ ਜੋ ਨਿਆਂ ਦੇ ਬਾਰੇ ਨਾ ਬੋਲੇ, ਨਾ ਇਹਨਾਂ ਚੀਜ਼ਾਂ ਬਾਰੇ, ਕਿਉਂਕਿ ਇਹ ਉਹਨਾਂ ਨੂੰ ਉਹਨਾਂ ਦੀਆਂ ਕਲੱਬਾਂ ਵਿਚਲੀਆਂ ਦੋਸਤੀਆਂ ਨਾਲੋਂ ਤੋੜ ਦੇਵੇਗਾ ਅਤੇ ਉਹਨਾਂ ਹੋਰ ਕੰਮਾਂ ਨੂੰ ਵੀ ਜੋ ਪਰਮੇਸ਼ਰ ਨਾਲ ਸੰਬੰਧ ਨਹੀਂ ਰੱਖਦੇ। ਹੁਣ ਆਤਮਾ ਜ਼ੋਰ ਦੇ ਕੇ ਆਖਦਾ ਹੈ ਕਿ ਆਖਰੀ ਸਮਿਆਂ ਦੇ ਵਿੱਚ, ਵੇਖਿਆ, ਆਖਰੀ ਸਮਿਆਂ ਵਿੱਚ ਉਹ ਨੇਚਾ ਤੋਂ ਫਿਰ ਜਾਣਗੇ, ਭਰਮਾਉਣ ਵਾਲੇ ਆਤਮਿਆਂ ਵੱਲ ਚਿੱਤ ਲਾਉਣਗੇ, ਸ਼ੈਤਾਨ ਦੀ ਸਿੱਖਿਆ ਵੱਲ ਅਤੇ ਹੋਰ ਵੀ। ਦੇਖਿਆ, ਦੇਖੋ ਉਹ ਕਿਵੇਂ ਕਾਲੇ ਘੁਮੰਡੀ ਹੋਣਗੇ, ਵੱਡੇ ਆਦਰਸ਼ਵਾਦੀ। ਮੈਨੂੰ ਮਾਫ ਕਰਨਾ, ਇਹੀ ਹੈ ਜੋ ਅਸੀਂ ਆਮ ਬੋਲਚਾਲ ਦੀ ਭਾਸ਼ਾ ਵਿੱਚ ਇਹਨਾਂ ਵੱਡੇ ਆਦਰਸ਼ਵਾਦੀਆਂ ਨੂੰ ਆਖਦੇ ਹਾਂ। ਸਾਨੂੰ ਸਭ ਨੂੰ ਪਤਾ ਹੈ ਕਿ ਕਿਉਂ ਇਹਨਾਂ ਨੂੰ ਅਜਿਹਾ ਕਹਿਣਾ ਹੀ ਠੀਕ ਹੈ। ਕਿਵੇਂ ਕਾਲੇ ਘੁਮੰਡੀ ਪਰਮੇਸ਼ਰ ਨਾਲੋਂ ਜ਼ਿਆਦਾ ਭੋਗ ਵਿਲਾਸ ਨੂੰ ਪਿਆਰ ਕਰਨ ਵਾਲੇ। ਅੰਤ ਸਮੇਂ ਦਾ ਖੁਸ਼ਖਬਰੀ ਦਾ ਪ੍ਰਚਾਰ 3 ਜੂਨ 1963 ਸਨ। ਤੁਸੀਂ ਬਾਹਰ ਜਾਂਦੇ ਹੋ ਤੇ ਆਪਣੇ ਆਪ ਨੂੰ ਤਣਾਅ ਮੁਕਤ ਰੱਖਣਾ ਚਾਹੁੰਦੇ ਹੋ ਅਤੇ ਲੋਕ ਬਿਲਕੁਲ ਖੇਡਾਂ ਵਿੱਚ ਖੁੱਭ ਚੁੱਕੇ ਹਨ। ਬਾਲ ਗੇਮਸ, ਲੋਕ ਆਪਣੀਆਂ ਆਰਾਮਦਾਇਕ ਕਿਸ਼ਤੀਆਂ ਨੂੰ ਲੈ ਕੇ ਸਮੁੰਦਰ ਦੇ ਵਿੱਚ ਮੱਛੀਆਂ ਫੜਨ ਲਈ ਜਾਂਦੇ ਹਨ। ਇਹ ਭੋਗ ਵਿਲਾਸ ਲੱਭਣ ਵਾਲੇ ਪਾਗਲ ਲੋਕਾਂ ਦੀ ਹੀ ਪੀੜ੍ਹੀ ਹੈ। ਲੋਕ ਭੋਗ ਵਿਲਾਸ ਪਿੱਛੇ ਪਾਗਲ ਹਨ। ਉਹਨਾਂ ਦੀ ਖੁਸ਼ਖਬਰੀ ਵਿੱਚ ਕੋਈ ਦਿਲਚਸਪੀ ਨਹੀਂ ਹੈ।
ਉਹਨਾਂ ਦੀ ਦਿਲਚਸਪੀ ਹੋਰ ਜ਼ਿਆਦਾ ਪੈਸਾ ਬਣਾਉਣ ਵਿੱਚ ਹੈ ਤਾਂ ਜੋ ਉਹ ਸਭ ਕੁਝ ਖਰੀਦ ਸਕਣ ਜੋ ਉਹ ਚਾਹੁੰਦੇ ਹਨ। ਪਰ ਪਰਮੇਸ਼ਰ ਆਪਣੇ ਵਚਨ ਦੇ ਵਿੱਚ ਦਿਲਚਸਪੀ ਰੱਖਦਾ ਹੈ। ਉਸ ਕੋਲ ਅਜਿਹੇ ਹਨ ਜਿਹੜੇ ਉਸ ਦੇ ਵਚਨ ਦੇ ਵਿੱਚ ਦਿਲਚਸਪੀ ਰੱਖਦੇ ਹਨ ਅਤੇ ਉਸ ਆਉਣ ਵਾਲੀ ਮਹਾਨ ਸਾਮਰਥ ਵਿੱਚ ਵੀ। ਪਰ ਤਦ ਤੁਸੀਂ ਘਰ ਬੈਠ ਕੇ ਟੀਵੀ ਦੇਖਣਾ ਪਸੰਦ ਕਰਦੇ ਹੋ ਬਜਾਏ ਕਿ ਪ੍ਰਾਰਥਨਾ ਸਭਾ ਵਿੱਚ ਜਾਣ ਦੇ। ਪਰਮੇਸ਼ਰ ਦੇ ਪਿਆਰ ਤੋਂ ਜ਼ਿਆਦਾ ਭੋਗ ਵਿਲਾਸ ਦੇ ਪ੍ਰੇਮੀ। ਸ਼ਹਿਰ ਵਿੱਚ ਇੱਕ ਖੇਡ ਦਾ ਆਯੋਜਨ ਹੋਣ ਦਿਓ, ਉਹ ਚਰਚਾਂ ਨੂੰ ਬੰਦ ਕਰਕੇ ਉਸ ਵਿੱਚ ਸ਼ਾਮਲ ਹੋਣ ਲਈ ਜਾਣਗੇ ਤਾਂ ਜੋ ਉੱਥੇ ਕਰਨੈਲ ਜਾਂ ਹੋਰ ਪ੍ਰਭਾਵਸ਼ਾਲੀ ਸ਼ਖਸੀਅਤਾਂ ਨੂੰ ਮਿਲ ਸਕਣ। ਉਹ ਸਿਰਫ ਚਰਚ ਮੈਂਬਰ ਹਨ ਅਤੇ ਉਹਨਾਂ ਨੇ ਭਗਤੀ ਦਾ ਰੂਪ ਧਾਰਿਆ ਹੈ, ਪਰ ਇਹ ਕੀ ਹੈ? ਉਸ ਦੀ ਸ਼ਕਤੀ ਦਾ ਇਨਕਾਰ ਕਰਨਾ। ਉਹ ਪਰਮੇਸ਼ਰ ਦੇ ਭਗਤ ਹੋਣ ਦਾ ਰੂਪ ਧਾਰਨ ਕਰਦੇ ਹਨ ਪਰ ਕਹਿੰਦੇ ਹਨ ਪਰਮੇਸ਼ਰ ਅਜਿਹਾ ਕੁਝ ਨਹੀਂ ਕਰਦਾ। ਦੇਖੋ, ਇਸ ਵਿੱਚ ਕੋਈ ਸਾਮਰਥ ਨਹੀਂ ਹੈ, ਤੁਸੀਂ ਇਸ ਨੂੰ ਕਬੂਲ ਕਰੋ ਅਤੇ ਜੋ ਮਰਜ਼ੀ ਕਰੋ। ਦੇਖਿਆ, ਜੀਵਨ ਵਿੱਚ ਕੋਈ ਵੀ ਬਦਲਾਅ ਨਹੀਂ ਹੈ, ਇਹ ਸਿਰਫ ਚਰਚ ਵਿੱਚ ਸ਼ਾਮਲ ਹੋਣਾ ਹੈ। ਭਗਤੀ ਦਾ ਰੂਪ ਧਾਰਨਾ ਪਰ ਉਸ ਦੀ ਸਾਮਰਥ ਤੋਂ ਇਨਕਾਰੀ ਹੋਣਾ। ਅਜਿਹਿਆਂ ਤੋਂ ਦੂਰ ਹੋਵੋ। ਪਰਮੇਸ਼ਰ ਹੁਣ ਕੀ ਕਰ ਰਿਹਾ ਹੈ? ਉਹ ਆਪਣੇ ਸੱਚੇ ਗਵਾਹਾਂ ਨੂੰ ਲੱਭ ਰਿਹਾ ਹੈ। ਹੁਣ ਮੈਂ ਇੱਥੇ ਤੁਹਾਡੇ ਲਈ ਭਾਈ ਬ੍ਰੈਨਹਮ ਦੇ ਬੋਲੇ ਹੋਏ ਬਹੁਤ ਹੀ ਸਾਮਰਥੀ ਸ਼ਬਦ ਤੁਹਾਡੇ ਲਈ ਪੜ੍ਹਨਾ ਚਾਹੁੰਦਾ ਹਾਂ। ਭਾਈ ਬ੍ਰੈਨਹਮ ਸਾਨੂੰ ਦੱਸਣ ਜਾ ਰਿਹਾ ਹੈ ਕਿ ਸੱਚਾ ਗਵਾਹ ਕੌਣ ਹੈ। ਭਾਈ ਬ੍ਰੈਨਹਮ ਦੇ ਆਪਣੇ ਬਿਆਨਾਂ ਦੁਆਰਾ ਇਹ ਹਵਾਲੇ ਇਸ ਨੂੰ ਸਾਬਤ ਕਰਨ ਲਈ ਕਾਫੀ ਹਨ ਕਿ ਸੰਦੇਸ਼ ਨੂੰ ਮੰਨਣ ਵਾਲੇ ਜੋ ਅਜਿਹਾ ਵਿਸ਼ਵਾਸ ਰੱਖਦੇ ਹਨ ਕਿ ਸਭ ਕੁਝ ਖਤਮ ਹੋ ਚੁੱਕਾ ਹੈ ਅਤੇ ਇਹ ਕਿ ਸਭ ਕੁਝ ਭਾਈ ਬ੍ਰੈਨਹਮ ਵਿੱਚ ਪੂਰਾ ਹੋ ਚੁੱਕਾ ਹੈ, ਸਭ ਗਲਤ ਹਨ। ਕੀ ਤੂੰ ਇਸ ਦਾ ਵਿਸ਼ਵਾਸ ਕਰਦਾ ਹੈ? 16 ਜੁਲਾਈ 1950 ਸਨ। ਉਹ ਇੱਕ ਜਗ੍ਹਾ ਤੇ ਇੱਕ ਮਨ ਸਨ, ਇਸ ਉਮੀਦ ਵਿੱਚ ਕਿ ਪਰਮੇਸ਼ਰ ਆਪਣੇ ਵਾਅਦੇ ਨੂੰ ਪੂਰਾ ਕਰੇਗਾ। ਕਿਉਂ ਜੋ ਲੂਕਾ 24:49 ਵਿੱਚ ਤੁਸੀਂ ਯਰੂਸ਼ਲਮ ਵਿੱਚ ਰੁਕੇ ਰਹੋ ਜਦ ਤੱਕ ਉੱਪਰੋਂ ਸਾਮਰਥ ਨਾ ਪਾ ਲਵੋ। ਰਸੂਲਾਂ ਦੇ ਕਰਤੱਵ 1 ਕਹਿੰਦਾ ਹੈ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਦ ਤੁਸੀਂ ਯਰੂਸ਼ਲਮ, ਯਹੂਦੀਆ, ਸਾਮਰੀਆ ਅਤੇ ਸੰਸਾਰ ਦੇ ਦੂਰ ਦੇ ਹਿੱਸਿਆਂ ਵਿੱਚ ਮੇਰੇ ਗਵਾਹ ਹੋਵੋਗੇ। ਲਾਜ਼ਰ ਦਾ ਜੀ ਉੱਠਣਾ 29 ਜੁਲਾਈ 1951 ਸਨ ਅਤੇ ਪੈਂਤੇਕੁਸਤ ਦਿਨ ਜਦੋਂ ਚਰਚ ਦੇ ਉਦਘਾਟਨ ਤੋਂ ਬਾਅਦ ਪਵਿੱਤਰ ਆਤਮਾ ਦਾ ਬਪਤਿਸਮਾ ਆਉਣ ਤੋਂ ਬਾਅਦ ਸਾਡਾ ਮੰਨਾ ਪਰਮੇਸ਼ਰ ਦੇ ਵੱਲੋਂ ਸਵਰਗ ਤੋਂ ਆਇਆ। ਯਿਸੂ ਨੇ ਕਿਹਾ, ਵੇਖੋ ਮੈਂ ਆਪਣੇ ਪਿਤਾ ਦਾ ਵਾਅਦਾ ਤੁਹਾਡੇ ਉੱਤੇ ਭੇਜਦਾ ਹਾਂ, ਪਰ ਤੁਸੀਂ ਯਰੂਸ਼ਲਮ ਵਿੱਚ ਹੀ ਰੁਕੋ ਜਦ ਤੱਕ ਉੱਪਰੋਂ ਸ਼ਕਤੀ ਪ੍ਰਾਪਤ ਨਹੀਂ ਕਰ ਲੈਂਦੇ। ਇਸ ਤੋਂ ਬਾਅਦ ਪਵਿੱਤਰ ਆਤਮਾ ਤੁਹਾਡੇ ਉੱਤੇ ਆਉਂਦਾ ਹੈ। ਤੁਸੀਂ ਯਰੂਸ਼ਲਮ, ਯਹੂਦੀਆ, ਸਾਮਰੀਆ, ਏਰੀ, ਪੈਂਸਿਲਵੇਨੀਆ ਅਤੇ ਸੰਸਾਰ ਭਰ ਵਿੱਚ ਦੂਰ ਦੁਰਾਡੇ ਦੇ ਇਲਾਕਿਆਂ ਤੇ ਮੇਰੇ ਗਵਾਹ ਹੋਵੋਗੇ। ਆਮੀਨ। ਜਾ ਕੇ ਮੇਰੇ ਚੇਲਿਆਂ ਨੂੰ ਦੱਸ। 5 ਅਪ੍ਰੈਲ 1953 ਸਨ। ਜਿਵੇਂ ਕਿ ਮੈਂ ਪਿਛਲੀ ਰਾਤ ਮਿਸ਼ਨਰੀ ਨਾਲ ਗੱਲ ਕੀਤੀ ਕਿ ਹਾਂ, ਤੁਸੀਂ ਸਕੂਲ ਜਾਂਦੇ ਹੋ ਅਤੇ ਤੁਸੀਂ ਆਪਣਾ ਧਰਮ ਸ਼ਾਸਤਰ ਸਿੱਖਦੇ ਹੋ, ਇੱਥੇ ਪੜ੍ਹਦੇ ਲਿਖਦੇ ਹੋ ਅਤੇ ਗਣਿਤ ਸਿੱਖਦੇ ਹੋ ਅਤੇ ਪ੍ਰਚਾਰ ਵਾਸਤੇ ਅਫਰੀਕਾ ਜਾਂਦੇ ਹੋ ਅਤੇ ਪਹਿਲਾਂ ਨਾਲੋਂ 2 ਗੁਣਾ ਬੱਚਿਆਂ ਨੂੰ ਨਰਕ ਦਾ ਭਾਗੀ ਬਣਾਉਂਦੇ ਹੋ। ਪਰ ਮੈਂ ਕਿਹਾ, ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਚਾਰ ਕਰਨ ਦਾ ਅਧਿਕਾਰ ਦਿੱਤਾ, ਉਸਨੇ ਕਿਹਾ, ਵੇਖੋ ਮੈਂ ਆਪਣੇ ਪਿਤਾ ਦਾ ਵਾਅਦਾ ਤੁਹਾਡੇ ਉੱਤੇ ਭੇਜਦਾ ਹਾਂ, ਪਰ ਤੁਸੀਂ ਪਹਿਲਾਂ ਯਰੂਸ਼ਲਮ ਵਿੱਚ ਠਹਿਰੇ ਰਹੋ, ਨਾ ਕਿ ਕਿਸੇ ਸੈਮੀਨਰੀ ਵਿੱਚ, ਨਾ ਕਿ ਕਿਸੇ ਨੈਤਿਕਤਾ ਦੇ ਸਕੂਲ ਦੇ ਵਿੱਚ। ਉਸਨੇ ਕਿਹਾ, ਯਰੂਸ਼ਲਮ ਦੇ ਵਿੱਚ ਠਹਿਰੇ ਰਹੋ ਜਦ ਤੱਕ ਤੁਸੀਂ ਉੱਪਰੋਂ ਸਾਮਰਥ ਨਹੀਂ ਪਾ ਲੈਂਦੇ। ਦੇਖਿਆ, ਮੈਂ ਆਪਣੇ ਪਿਤਾ ਦਾ ਵਾਅਦਾ ਤੁਹਾਡੇ ਉੱਪਰ ਭੇਜਦਾ ਹਾਂ, ਪਰ ਤੁਸੀਂ ਯਰੂਸ਼ਲਮ ਵਿੱਚ ਠਹਿਰੇ ਰਹੋ ਜਦ ਤੱਕ ਉੱਪਰੋਂ ਸ਼ਕਤੀ ਨਾ ਪਾ ਲਿਓ। ਇਸ ਦੇ ਬਾਅਦ ਜਦੋਂ ਪਵਿੱਤਰ ਆਤਮਾ ਤੁਹਾਡੇ ਤੇ ਆਉਂਦਾ ਹੈ ਤਾਂ ਤੁਸੀਂ ਪ੍ਰਚਾਰਕ ਬਣੋਗੇ ਜਾਂ ਮੇਰੇ ਗਵਾਹ ਯਰੂਸ਼ਲਮ, ਯਹੂਦੀਆ, ਸਾਮਰੀਆ ਅਤੇ ਧਰਤੀ ਦੇ ਦੂਰ ਦੁਰਾਡੇ ਦੇ ਹਿੱਸਿਆਂ ਦੇ ਵਿੱਚ। ਕਿੰਨਿਆਂ ਨੇ ਇਸ ਦਾ ਆਨੰਦ ਲਿਆ? ਸਾਡੇ ਕੋਲ ਇਸ ਤੋਂ ਵੀ ਡੂੰਘੀਆਂ ਲਿਖਤਾਂ ਹਨ। ਗਵਾਹ 5 ਅਪ੍ਰੈਲ 1953 ਸਨ ਅਤੇ ਹੁਣ ਮੈਂ ਨਵੇਂ ਨੇਮ ਵਿੱਚ ਰਸੂਲਾਂ ਦੇ ਕਰਤੱਵ ਦੇ ਪਹਿਲੇ ਅਧਿਆਇ ਵਿੱਚੋਂ ਕੁਝ ਪੜ੍ਹਨਾ ਚਾਹੁੰਦਾ ਹਾਂ। ਮੈਨੂੰ ਲੱਗਦਾ ਹੈ ਕਿ ਇਸ ਨੂੰ ਰਸੂਲਾਂ ਵਿੱਚ ਪਵਿੱਤਰ ਆਤਮਾ ਦੇ ਕੰਮ ਕਿਹਾ ਜਾਣਾ ਚਾਹੀਦਾ ਹੈ ਅਤੇ ਹੁਣ ਕੁਝ ਪਲਾਂ ਲਈ ਮੈਂ ਇਸ ਵਿਸ਼ੇ ਦੀ ਵਰਤੋਂ ਕਰਨਾ ਚਾਹੁੰਦਾ ਹਾਂ। ਗਵਾਹ। ਯਿਸੂ ਇੱਥੇ ਆਪਣੇ ਰਸੂਲਾਂ ਨੂੰ ਗਵਾਹ ਬਣਨ ਤੋਂ ਪਹਿਲਾਂ ਪਵਿੱਤਰ ਆਤਮਾ ਦੀ ਯੋਗਤਾ ਦੇ ਲਈ ਨਿਯੁਕਤ ਕਰ ਰਿਹਾ ਸੀ ਅਤੇ ਅੱਜ ਰਾਤ ਮੇਰਾ ਵਿਸ਼ਾ ਹੈ ਇੱਕ ਗਵਾਹ। ਹੁਣ ਅਦਾਲਤਾਂ ਵਿੱਚ ਇੱਕ ਗਵਾਹ ਨੂੰ ਕੁਝ ਪਤਾ ਹੋਣਾ ਚਾਹੀਦਾ ਹੈ। ਅਜਿਹਾ ਨਹੀਂ ਹੈ ਕਿ ਕੋਈ ਵੀ ਅੰਦਰ ਆ ਕੇ ਬਸ ਗਵਾਹ ਬਣ ਸਕਦਾ ਹੈ।
ਇਹ ਕੋਈ ਅਜਿਹਾ ਵਿਅਕਤੀ ਹੋਣਾ ਚਾਹੀਦਾ ਹੈ ਜੋ ਕੁਝ ਜਾਣਦਾ ਹੈ ਅਤੇ ਇਹੀ ਤਰੀਕਾ ਪ੍ਰਭੂ ਦੀ ਗਵਾਹੀ ਦੇ ਲਈ ਹੈ। ਕੋਈ ਅਜਿਹਾ ਜੋ ਕੁਝ ਜਾਣਦਾ ਹੈ। ਇਸ ਲਈ ਯਿਸੂ ਨੇ ਸੋਚਿਆ, ਇਹ ਕਿਹਾ, ਇਸ ਤੋਂ ਪਹਿਲਾਂ ਕਿ ਤੁਸੀਂ ਮੇਰੇ ਗਵਾਹ ਬਣੋ, ਉਹਨਾਂ ਨੂੰ ਯਰੂਸ਼ਲਮ ਵਿੱਚ ਉਡੀਕ ਕਰਨੀ ਪੈਣੀ ਸੀ ਜਦ ਤੱਕ ਉਹ ਉੱਪਰੋਂ ਸਾਮਰਥ ਨਾ ਪਾ ਲੈਣ। ਤਾਂ ਉਹ ਸਾਰੇ ਸੰਸਾਰ ਵਿੱਚ ਗਵਾਹ ਹੋਣਗੇ, ਯਰੂਸ਼ਲਮ, ਯਹੂਦੀਆ, ਸਾਮਰੀਆ ਅਤੇ ਅਖੀਰਲੇ ਹਿੱਸਿਆਂ ਤੱਕ। ਪਰਮੇਸ਼ਵਰ ਦੁਆਰਾ ਉਪਲਬਧ ਕਰਵਾਇਆ ਗਿਆ ਰਾਹ 13 ਜੂਨ 1953 ਸਨ। ਰਸੂਲਾਂ ਦੇ ਕਰਤੱਵ 1:8। ਪਰ ਤੁਸੀਂ ਇਸ ਤੋਂ ਬਾਅਦ ਪਵਿੱਤਰ ਆਤਮਾ ਪ੍ਰਾਪਤ ਕਰੋਗੇ ਅਤੇ ਇਸ ਤੋਂ ਬਾਅਦ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤੁਸੀਂ ਸ਼ਕਤੀ ਪ੍ਰਾਪਤ ਕਰੋਗੇ। ਤੁਸੀਂ ਯਰੂਸ਼ਲਮ, ਯਹੂਦੀਆ, ਸਾਮਰੀਆ ਅਤੇ ਕੌਂਸਰਵਿਲੇ, ਇੰਡੀਆਨਾ ਅਤੇ ਧਰਤੀ ਦੇ ਅਖੀਰਲੇ ਹਿੱਸਿਆਂ ਤੱਕ ਮੇਰੇ ਗਵਾਹ ਹੋਵੋਗੇ। ਕੀ ਤੁਹਾਡੇ ਡੀਕਨ ਬਣਨ ਤੋਂ ਬਾਅਦ? ਨਹੀਂ। ਤੁਹਾਡੇ ਸੈਮੀਨਰੀ ਵਿੱਚੋਂ ਨਿਕਲਣ ਤੋਂ ਬਾਅਦ? ਨਹੀਂ। ਪ੍ਰਚਾਰਕ ਬਣਨ ਦੇ ਬਾਅਦ? ਨਹੀਂ। ਪਵਿੱਤਰ ਆਤਮਾ ਪਾਉਣ ਤੋਂ ਬਾਅਦ ਤੁਸੀਂ ਸਾਰੇ ਸੰਸਾਰ ਦੇ ਵਿੱਚ ਸਾਮਰਥ ਦੇ ਨਾਲ ਮੇਰੇ ਗਵਾਹ ਹੋਵੋਗੇ। ਪਰਮੇਸ਼ਵਰ ਦੇ ਚੁਣੇ ਹੋਏ ਹਰੇਕ ਗਵਾਹ ਨੂੰ ਗਵਾਹ ਬਣਨ ਤੋਂ ਪਹਿਲਾਂ ਉੱਪਰੋਂ ਸਾਮਰਥ ਨਾਲ ਭਰਿਆ ਹੋਣਾ ਜ਼ਰੂਰੀ ਹੈ। ਗਵਾਹ ਨੂੰ ਕੁਝ ਪਤਾ ਹੋਣਾ ਚਾਹੀਦਾ ਹੈ, ਕੁਝ ਦੇਖਣਾ ਚਾਹੀਦਾ ਹੈ, ਕੁਝ ਜਾਣਨਾ ਚਾਹੀਦਾ ਹੈ ਕਿ ਉਹ ਕਿਸ ਦੇ ਬਾਰੇ ਗੱਲ ਕਰ ਰਿਹਾ ਹੈ। ਆਮੀਨ। ਮੈਂ ਧਾਰਮਿਕ ਮਹਿਸੂਸ ਕਰ ਰਿਹਾ ਹਾਂ। ਕਿਉਂ ਮੈਂ ਇੱਕ ਪਵਿੱਤਰ ਪਖੰਡੀ ਹਾਂ। 30 ਅਗਸਤ 1953 ਸਨ। ਭਰਾ, ਮੈਂ ਇਸ ਦੇ ਕਾਰਨ ਹਰ ਚੀਜ਼ ਵਿੱਚੋਂ ਲੰਘਿਆ ਹਾਂ। ਮੈਂ ਆਪਣੇ ਪ੍ਰਭੂ ਨੂੰ ਪਿਆਰ ਕਰਦਾ ਹਾਂ। ਮੈਂ ਉਸ ਨੂੰ ਆਪਣੇ ਪੂਰੇ ਦਿਲ ਨਾਲ ਪਿਆਰ ਕਰਦਾ ਹਾਂ। ਮੈਨੂੰ ਪਰਵਾਹ ਨਹੀਂ ਕਿ ਦੁਨੀਆ ਕੀ ਕਹਿੰਦੀ ਹੈ। ਉਹ ਮੈਨੂੰ ਚਰਚ ਤੋਂ ਬਾਹਰ ਕੱਢ ਦਿੰਦੇ ਹਨ। ਕਿਉਂ ਬਿਲੀ, ਤੁਸੀਂ ਪਾਗਲ ਹੋ। ਤੁਹਾਨੂੰ ਕੋਈ ਭਿਆਨਕ ਸੁਪਨਾ ਆਇਆ ਹੈ। ਤੁਸੀਂ ਰਾਤ ਦੇ ਖਾਣੇ ਵਿੱਚ ਕੀ ਖਾਧਾ? ਮੈਨੂੰ ਇੱਕ ਦਿਨ ਡਾਕਟਰ ਡੇਵਿਸ ਨੇ ਇਹ ਦੱਸ ਕੇ ਖੁਸ਼ੀ ਹੋਈ, ਜਿਸ ਨੂੰ ਉਹ ਕੱਟੜਤਾ ਆਖਦੇ ਹਨ। ਦੱਖਣੀ ਅਫਰੀਕਾ ਵਿੱਚ, ਜਿੱਥੇ ਮੈਂ ਇੱਕ ਦਿਨ ਦੀ ਜਗਵੇਦੀ ਦੀ ਬੁਲਾਹਟ ਦਿੱਤੀ, ਜਿਸ ਵਿੱਚ 30,000 ਲੋਕਾਂ ਨੇ ਯਿਸੂ ਮਸੀਹ ਨੂੰ ਗ੍ਰਹਿਣ ਕੀਤਾ। ਇਹ ਪਿਛਲੇ 100 ਸਾਲਾਂ ਦੇ ਵਿੱਚ ਮਸੀਹ ਲਈ ਜਿੱਤੇ ਗਏ ਸਾਰੇ ਮਿਸ਼ਨਾਂ ਨਾਲੋਂ ਵੱਧ ਹੈ। ਇੱਕ ਮਿਸ਼ਨਰੀ ਦਾ ਸੁਭਾਵਿਕ ਹੁਕਮ ਹੈ, ਯਰੂਸ਼ਲਮ ਵਿੱਚ ਠਹਿਰੇ ਰਹੋ, ਨਾ ਕਿ ਕਿਸੇ ਕਬਰਿਸਤਾਨ ਜਾਂ ਸੈਮੀਨਰੀ ਜਾਂ ਜਿਵੇਂ ਵੀ ਤੁਸੀਂ ਚਾਹੁੰਦੇ ਹੋ। ਦੋਵੇਂ ਮੁਰਦਾ ਥਾਵਾਂ ਹਨ। ਠੀਕ ਹੈ। ਯਰੂਸ਼ਲਮ ਵਿੱਚ ਠਹਿਰੇ ਰਹੋ ਜਦ ਤੱਕ ਤੁਸੀਂ ਭਰੇ ਨਹੀਂ ਜਾਂਦੇ, ਕਿਸੇ ਵਿਦਿਆ ਨਾਲ ਨਹੀਂ। ਜਦੋਂ ਤੱਕ ਤੁਸੀਂ ਧਰਮ ਸ਼ਾਸਤਰ ਨਹੀਂ ਸਿੱਖ ਲੈਂਦੇ, ਨਹੀਂ। ਜਦ ਤੱਕ ਤੁਸੀਂ ਉੱਪਰੋਂ ਸਾਮਰਥ ਨਾਲ ਨਹੀਂ ਭਰੇ ਜਾਂਦੇ। ਇਸ ਤੋਂ ਬਾਅਦ ਪਵਿੱਤਰ ਆਤਮਾ ਤੁਹਾਡੇ ਤੇ ਆਵੇਗਾ, ਤਾਂ ਤੁਸੀਂ ਯਰੂਸ਼ਲਮ, ਯਹੂਦੀਆ, ਸਾਮਰੀਆ ਵਿੱਚ, ਸ਼ਿਕਾਗੋ ਵਿੱਚ, ਇਲੀਨੋਇਸ ਵਿੱਚ ਤੁਸੀਂ ਮੇਰੇ ਗਵਾਹ ਠਹਿਰੋਗੇ। ਇਹ ਠੀਕ ਹੈ। ਮੈਂ ਬਹਾਲ ਕਰਾਂਗਾ 10 ਨਵੰਬਰ 1953 ਸਨ। ਅੱਜ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ? ਮਿਸ਼ਨਰੀ ਪ੍ਰੋਗਰਾਮ, ਕੋਈ ਸਿਖਲਾਈ ਕਢਾਈ ਦੀ ਪਾਰਟੀ ਨਹੀਂ ਸੀ। ਇਹ ਸੀ, ਤੁਸੀਂ ਯਰੂਸ਼ਲਮ ਵਿੱਚ ਠਹਿਰੇ ਰਹੋ ਜਦ ਤੱਕ ਪਵਿੱਤਰ ਆਤਮਾ ਤੁਹਾਡੇ ਉੱਪਰ ਨਾ ਆ ਜਾਵੇ ਅਤੇ ਤੁਸੀਂ ਉੱਪਰੋਂ ਸਾਮਰਥ ਨਾ ਪਾ ਲਓ। ਤਦ ਤੁਸੀਂ ਯਰੂਸ਼ਲਮ, ਯਹੂਦੀਆ, ਸਾਮਰੀਆ, ਓਵਨਸਬਰੋ, ਕੈਂਟਕੀ ਅਤੇ ਧਰਤੀ ਦੇ ਦੂਰ ਦੁਰਾਡੇ ਹਿੱਸਿਆਂ ਵਿੱਚ ਮੇਰੇ ਗਵਾਹ ਠਹਿਰੋਗੇ। ਹੁਣ ਇੱਥੇ ਧਿਆਨ ਦਿਓ। ਭਾਈ ਬ੍ਰਾਨਹਮ ਦੇ ਸਾਰੇ ਬਿਆਨਾਂ ਉੱਪਰ ਧਿਆਨ ਦਿਓ। ਭਾਈ ਬ੍ਰਾਨਹਮ ਸਾਨੂੰ ਦੱਸ ਰਿਹਾ ਹੈ ਕਿ ਸੱਚਾ ਗਵਾਹ ਬਣਨ ਦੇ ਲਈ ਤੁਹਾਡੇ ਕੋਲ ਸਾਮਰਥ ਹੋਣੀ ਚਾਹੀਦੀ ਹੈ ਅਤੇ ਇਹ ਇੱਕ ਸਧਾਰਨ ਆਦੇਸ਼ ਹੈ, ਯਰੂਸ਼ਲਮ ਵਿੱਚ ਠਹਿਰੋ। ਇੱਥੇ ਧਿਆਨ ਦਿਓ। ਸਾਮਰਥ ਜਿਹੜੀ ਪੈਂਤੇਕੂਸਤ ਦੇ ਦਿਨ ਆਈ ਸੀ, ਉਹ ਝੁੰਡ ਜਿਨ੍ਹਾਂ ਪ੍ਰਭੂ ਦੀ ਪਹਿਲੀ ਆਮਦ ਦਾ ਪਤਾ ਲਗਾਇਆ, ਇੱਕ ਨਿਸ਼ਚਿਤ ਜਗ੍ਹਾ ਤੇ ਠਹਿਰਨਾ ਸ਼ੁਰੂ ਹੋਇਆ। ਉਹ ਜਾਣਦੇ ਸਨ ਕਿ ਸਾਮਰਥ ਆਉਣ ਵਾਲੀ ਹੈ। ਉਹ ਉੱਥੇ ਹੀ ਰਹੇ ਅਤੇ ਸਾਮਰਥ ਦੀ ਉਡੀਕ ਕੀਤੀ, ਕਿਉਂਕਿ ਇਸ ਤੋਂ ਬਿਨਾਂ ਉਹ ਸੱਚੇ ਮਿਸ਼ਨਰੀ ਨਹੀਂ ਬਣ ਸਕਦੇ, ਨਾ ਹੀ ਗਵਾਹ, ਜਦ ਤੱਕ ਸਾਮਰਥ ਉਹਨਾਂ ਉੱਪਰ ਨਹੀਂ ਆ ਗਈ। ਕੀ ਇਹ ਖੂਬਸੂਰਤ ਨਹੀਂ ਹੈ? ਹੁਣ ਤੁਸੀਂ ਕਹਿ ਸਕਦੇ ਹੋ, ਠੀਕ ਹੈ, ਮੈਂ ਸਮਝਦਾ ਹਾਂ ਕਿ ਸਾਨੂੰ ਸੱਚਾ ਗਵਾਹ ਹੋਣ ਦੇ ਲਈ ਸਾਮਰਥ ਦੀ ਜ਼ਰੂਰਤ ਹੈ। ਮੈਂ ਭਾਈ ਬ੍ਰਾਨਹਮ ਦੇ ਬਿਆਨਾਂ ਨੂੰ ਸਮਝਦਾ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣ ਲਓ ਕਿ ਇਹ ਸਿਰਫ ਪਰਾਈਆਂ ਕੌਮਾਂ ਵਿੱਚ ਹੀ ਨਹੀਂ ਰੁਕੀ ਰਹੇਗੀ। ਭਾਈ ਬ੍ਰਾਨਹਮ ਦੇ ਇਸ ਬਿਆਨ ਦੇ ਵਿੱਚ ਲਿਖਤਾਂ ਨੂੰ ਧਿਆਨ ਨਾਲ ਸੁਣੋ। ਸਵਾਲ ਅਤੇ ਜਵਾਬ 3 ਜਨਵਰੀ 1954 ਸਨ। ਪ੍ਰਕਾਸ਼ ਦੀ ਪੋਥੀ 11 ਵਿੱਚ ਉਹਨਾਂ 2 ਗਵਾਹਾਂ ਵੱਲ ਦੇਖੋ। ਮੈਂ ਆਪਣੇ ਗਵਾਹਾਂ ਨੂੰ ਸਾਮਰਥ ਦਿਆਂਗਾ ਅਤੇ ਉਹ ਆਪਣੀ ਭਵਿੱਖਬਾਣੀ ਦੇ ਦਿਨਾਂ ਦੇ ਵਿੱਚ ਆਕਾਸ਼ ਨੂੰ ਬੰਦ ਕਰ ਦੇਣਗੇ ਅਤੇ ਉਹ ਧਰਤੀ ਉੱਪਰ ਆਪਣੀ ਇੱਛਾ ਦੇ ਅਨੁਸਾਰ ਬਿਪਤਾਵਾਂ ਭੇਜਣਗੇ। ਉਹ ਉੱਥੇ ਹਨ, ਅੰਤ ਦੇ ਦਿਨਾਂ ਦੇ 2 ਗਵਾਹ।
ਅੰਤ ਦੇ ਸਮੇਂ ਵਿੱਚ ਨਾ ਸਿਰਫ ਮਸੀਹ ਦੀ ਦੁਲਹਨ ਪਰਮੇਸ਼ਰ ਦੀ ਸ਼ਕਤੀ ਨਾਲ ਸੱਚੀ ਗਵਾਹ ਹੋਵੇਗੀ, ਇਜ਼ਰਾਈਲ ਦੇ 2 ਗਵਾਹਾਂ ਕੋਲ ਵੀ ਉਹੀ ਸ਼ਕਤੀ ਹੋਵੇਗੀ। ਉਹਨਾਂ ਨੂੰ 2 ਗਵਾਹ ਕਿਹਾ ਜਾਂਦਾ ਹੈ ਅਤੇ ਜਿਵੇਂ ਪਰਾਈਆਂ ਕੌਮਾਂ ਨੂੰ ਗਵਾਹ ਬਣਨ ਲਈ ਸ਼ਕਤੀ ਦੀ ਜ਼ਰੂਰਤ ਹੈ, ਉਹਨਾਂ ਨੂੰ ਵੀ ਆਕਾਸ਼ ਨੂੰ ਬੰਦ ਕਰਨ ਲਈ ਅਤੇ ਧਰਤੀ ਉੱਪਰ ਬਿਪਤਾਵਾਂ ਭੇਜਣ ਲਈ ਉਸੇ ਸ਼ਕਤੀ ਦੀ ਲੋੜ ਪਵੇਗੀ। ਗਵਾਹ 4 ਅਕਤੂਬਰ 1956 ਸਨ ਅਤੇ ਹੁਣ ਯਰੂਸ਼ਲਮ ਤੋਂ ਸ਼ੁਰੂ ਹੋ ਕੇ ਅਤੇ ਯਹੂਦੀਆ, ਸਾਮਰੀਆ ਅਤੇ ਸਾਰੀ ਧਰਤੀ ਉੱਤੇ ਜਾਣ ਦੇ ਲਈ ਧਰਤੀ ਉੱਪਰ ਖੁਸ਼ਖਬਰੀ ਦੇ ਗਵਾਹਾਂ ਦਾ ਹੋਣਾ ਜ਼ਰੂਰੀ ਸੀ। ਅਤੇ ਚਰਚ ਦੇ ਅੰਕੜਿਆਂ ਦੇ ਅਨੁਸਾਰ ਅਸੀਂ ਹੁਣ ਤੱਕ ਧਰਤੀ ਦੇ ਸਿਰਫ 1/3 ਲੋਕਾਂ ਨੂੰ ਗਵਾਹੀ ਦਿੱਤੀ ਹੈ। ਧਰਤੀ ਦੇ 2/3 ਲੋਕਾਂ ਨੇ ਪ੍ਰਭੂ ਯਿਸੂ ਮਸੀਹ ਦੀ ਇੰਜੀਲ ਨੂੰ ਕਦੇ ਨਹੀਂ ਸੁਣਿਆ। ਸਿਰਜਣਹਾਰ ਦੁਆਰਾ ਖੁਦ ਦਿੱਤੇ ਗਏ 2000 ਸਾਲਾਂ ਦੇ ਆਦੇਸ਼ ਲਈ ਕਿੰਨੀ ਸ਼ਰਮਨਾਕ ਗੱਲ ਹੈ ਅਤੇ ਅਸੀਂ ਇੰਨੇ ਅਣਗਹਿਲੀਆਂ ਕਰਦੇ ਰਹੇ ਹਾਂ ਜਦੋਂ ਤੱਕ ਇਸ ਧਰਤੀ ਦੀ 2/3 ਆਬਾਦੀ ਨੇ ਪ੍ਰਭੂ ਯਿਸੂ ਮਸੀਹ ਦਾ ਨਾਮ ਕਦੇ ਨਹੀਂ ਸੁਣਿਆ। ਹੁਣ ਗਵਾਹ ਬਣਨ ਲਈ ਗਵਾਹ ਨੂੰ ਪਹਿਲਾਂ ਯੋਗ ਹੋਣਾ ਚਾਹੀਦਾ ਹੈ। ਸਾਡੀ ਧਰਤੀ ਦੀਆਂ ਅਦਾਲਤਾਂ ਵਿੱਚ, ਸੁਪਰੀਮ ਕੋਰਟ ਵਿੱਚ ਅਤੇ ਨਿਆਂ ਦੀਆਂ ਸਾਰੀਆਂ ਅਦਾਲਤਾਂ ਵਿੱਚ ਗਵਾਹ ਬਣਨ ਤੋਂ ਪਹਿਲਾਂ ਉਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜੇਕਰ ਸਾਡੀ ਧਰਤੀ ਦੀਆਂ ਅਦਾਲਤਾਂ ਲਈ ਇੱਕ ਗਵਾਹ ਬਣਨ ਤੋਂ ਪਹਿਲਾਂ ਇੱਕ ਇਮਤਿਹਾਨ ਦੀ ਲੋੜ ਹੁੰਦੀ ਹੈ ਤਾਂ ਕਿੰਨਾ ਵੱਧ ਕੇ ਸਵਰਗ ਦੇ ਪਰਮੇਸ਼ਰ ਨੂੰ ਇੱਕ ਇਮਤਿਹਾਨ ਅਤੇ ਇੱਕ ਯੋਗ ਗਵਾਹ ਦੀ ਲੋੜ ਹੋਵੇਗੀ, ਇਸ ਤੋਂ ਪਹਿਲਾਂ ਕਿ ਅਸੀਂ ਉਸ ਦੀ ਨਜ਼ਰ ਵਿੱਚ ਇੱਕ ਸਹੀ ਗਵਾਹ ਵਜੋਂ ਪਹਿਚਾਣੇ ਜਾਈਏ। ਸਾਡੇ ਕੀਮਤੀ ਪਰਮੇਸ਼ਰ ਦੇ ਜਨ, ਅੱਜ ਸਾਡੇ ਸੇਵਾਦਾਰਾਂ ਅਤੇ ਸਾਡੇ ਪਿਆਰੇ ਪਾਸਟਰ ਅਤੇ ਸ਼ੈਪਰਡ ਨਾਲ ਅਸੀਂ ਸਾਲਾਂ ਦੇ ਦੌਰਾਨ ਇਹਨਾਂ ਅਖੌਤੀ ਗਵਾਹਾਂ ਦੀ ਜਾਂਚ ਕਰ ਰਹੇ ਹਾਂ। ਜੋ ਲੋਕ ਅੱਜ ਬਾਹਰ ਪ੍ਰਚਾਰ ਕਰਦੇ ਹਨ, ਅਸੀਂ ਉਹਨਾਂ ਨੂੰ ਸ਼ਕਤੀ ਦੇ ਬਿਨਾਂ ਪਾਉਂਦੇ ਹਾਂ। ਉਹਨਾਂ ਕੋਲ ਉਹ ਨਹੀਂ ਹੈ ਜੋ ਉਹ ਕਹਿ ਰਹੇ ਹਨ ਕਿ ਉਹਨਾਂ ਕੋਲ ਹੈ, ਇਸ ਲਈ ਉਹ ਫਰਜ਼ੀ ਗਵਾਹ ਹਨ। ਉਹ ਅੱਜ ਬਾਹਰ ਜਾ ਕੇ ਪ੍ਰਚਾਰ ਕਰਨ ਦੇ ਵਿੱਚ ਅਯੋਗ ਹਨ। ਪੂਰੇ ਦੇਸ਼ ਵਿੱਚ ਆਦਮੀ ਬਿਨਾਂ ਸੰਦੇਸ਼ ਦੇ ਚੱਲ ਰਹੇ ਹਨ ਅਤੇ ਪਰਮੇਸ਼ਰ ਨੇ ਉਹਨਾਂ ਨੂੰ ਕਦੇ ਨਹੀਂ ਭੇਜਿਆ। ਇੱਕ ਸੱਚੇ ਗਵਾਹ ਨੂੰ ਸ਼ਕਤੀ ਪ੍ਰਾਪਤ ਕਰਨੀ ਚਾਹੀਦੀ ਹੈ ਅਤੇ ਇੱਕ ਸਧਾਰਨ ਆਦੇਸ਼ ਇਹ ਹੈ, ਯਰੂਸ਼ਲਮ ਵਿੱਚ ਰੁਕੋ ਜਦ ਤੱਕ ਤੁਸੀਂ ਉੱਪਰੋਂ ਸ਼ਕਤੀ ਪ੍ਰਾਪਤ ਨਹੀਂ ਕਰ ਲੈਂਦੇ। ਗਵਾਹ 4 ਅਕਤੂਬਰ 1956 ਸਨ। ਇਸ ਲਈ ਉਸਨੇ ਚੇਲਿਆਂ ਨੂੰ ਜਾਂ 120 ਚੇਲਿਆਂ ਨੂੰ ਹੁਕਮ ਦਿੱਤਾ ਕਿ ਉਹ ਯਰੂਸ਼ਲਮ ਦੇ ਸ਼ਹਿਰ ਵਿੱਚ ਇੰਤਜ਼ਾਰ ਕਰਨ ਜਦੋਂ ਤੱਕ ਉਹ ਗਵਾਹ ਬਣਨ ਦੇ ਯੋਗ ਨਾ ਹੋ ਜਾਣ। ਇੱਥੇ ਇੱਕ ਖਾਸ ਵਿਸ਼ੇਸ਼ਤਾ ਸੀ ਜੋ ਉਹਨਾਂ ਨੂੰ ਗਵਾਹ ਹੋਣ ਦੀ ਯੋਗਤਾ ਪ੍ਰਾਪਤ ਕਰਨ ਤੋਂ ਪਹਿਲਾਂ ਮਿਲਣੀ ਚਾਹੀਦੀ ਸੀ ਅਤੇ ਇਸ ਗਵਾਹ ਨੇ ਹੋਣਾ ਸੀ। ਇਹ ਯੋਗਤਾ ਚਰਚ ਨੂੰ ਇੱਕ ਸੁਰਤਾ ਨਾਲ ਭਰਨ ਲਈ ਵਾਅਦਾ ਕੀਤੇ ਹੋਏ ਪਵਿੱਤਰ ਆਤਮਾ ਦਾ ਆਉਣਾ ਸੀ ਅਤੇ ਸ਼ਬਦ ਅੰਕਸ਼ਨ ਯੂਨਾਨੀ ਸ਼ਬਦ ਡਾਇਨਾਮਾਈਟ ਤੋਂ ਆਇਆ ਹੈ। ਇੱਥੇ ਇਸ ਦਾ ਅਰਥ ਹੈ ਇੱਕ ਧਮਾਕਾ। ਗਵਾਹ ਬਣਨ ਤੋਂ ਪਹਿਲਾਂ ਉਹਨਾਂ ਨੂੰ ਕੁਝ ਪ੍ਰਾਪਤ ਕਰਨਾ ਚਾਹੀਦਾ ਹੈ। ਸੱਚੇ ਗਵਾਹ ਦੇ ਲਈ ਪਰਮੇਸ਼ਰ ਦੀ ਠਹਿਰਾਈ ਹੋਈ ਯੋਗਤਾ ਅਤੇ ਪਰਾਈਆਂ ਕੌਮਾਂ ਦੇ ਲਈ ਆਖਰੀ ਗਵਾਹ ਹੋਣ ਦੇ ਲਈ ਇੱਕ ਵਾਰ ਫਿਰ ਚਰਚ ਉੱਪਰ ਪਵਿੱਤਰ ਆਤਮਾ ਦਾ ਵਹਾਇਆ ਜਾਣਾ ਹੋਵੇਗਾ। ਗਵਾਹ 4 ਅਕਤੂਬਰ 1956 ਸਨ। ਪਰਮੇਸ਼ਰ ਕਦੇ ਵੀ ਕਿਸੇ ਆਦਮੀ ਨੂੰ ਨਹੀਂ ਭੇਜਦਾ ਜਦੋਂ ਤੱਕ ਉਹ ਪਹਿਲਾਂ ਇਸ ਆਦਮੀ ਨੂੰ ਇੱਕ ਯੋਗ ਗਵਾਹ ਨਾ ਬਣਾਏ। ਹੁਣ ਅਦਾਲਤ ਵਿੱਚ ਕਦੇ ਵੀ ਗਵਾਹ ਬਣਨ ਤੋਂ ਪਹਿਲਾਂ ਤੁਹਾਨੂੰ ਅੱਖ ਜਾਂ ਕੰਨ ਨਾਲ ਗਵਾਹ ਬਣਨਾ ਪਵੇਗਾ। ਤੁਸੀਂ ਇਹ ਨਹੀਂ ਕਹਿ ਸਕਦੇ ਮਾਈ ਲਾਰਡ ਇਹ ਫਲਾਣੇ ਨੇ ਕਿਹਾ, ਇਹ ਕਿਸੇ ਨੇ ਕਿਹਾ, ਕਿਸੇ ਹੋਰ ਨੇ ਕਿਹਾ। ਉਹ ਹੁਣੇ ਤੁਹਾਡਾ ਕੇਸ ਬਾਹਰ ਸੁੱਟ ਦੇਣਗੇ, ਉਹ ਉਸ ਨੂੰ ਕਬੂਲ ਨਹੀਂ ਕਰਨਗੇ। ਕੋਈ ਵੀ ਵਕੀਲ ਇਸ ਗੱਲ ਨੂੰ ਜਾਣਦਾ ਹੈ ਕਿ ਤੁਸੀਂ ਉਦੋਂ ਤੱਕ ਗਵਾਹ ਨਹੀਂ ਹੋ ਸਕਦੇ ਜਦੋਂ ਤੱਕ ਤੁਸੀਂ ਇਸ ਨੂੰ ਖੁਦ ਦੇਖਿਆ ਨਹੀਂ ਹੁੰਦਾ। ਪੈਂਤੇਕੋਸਤ ਦੇ ਦਿਨ ਉਸ ਬਾਰਿਸ਼ ਦੇ ਚਸ਼ਮਦੀਦ ਗਵਾਹ ਸਨ। ਤੇਜ਼ ਹਵਾ ਦੀ ਆਵਾਜ਼ ਸੁਣਨ ਲਈ ਉਹਨਾਂ ਦੇ ਕੰਨ ਸਨ। ਉਹਨਾਂ ਨੇ ਅੱਗ ਦੇ ਉਸ ਥੰਮ ਨੂੰ ਵੇਖਿਆ ਜਦੋਂ ਉਹ ਸਾਮਤ ਕਲੀਸਿਆ ਉੱਪਰ ਉਤਰੀ। 120 ਸੱਚੇ ਗਵਾਹ ਉਸ ਘੜੀ ਵਿੱਚ ਸਨ। ਤਦ ਉਸ ਸੱਚੇ ਗਵਾਹ ਹੋ ਸਕਦੇ ਸਨ ਤੇ ਉਹ ਖੁਸ਼ਖਬਰੀ ਨਾਲ ਅੱਗੇ ਭੇਜੇ ਗਏ। ਪ੍ਰਸ਼ਨ ਉੱਤਰ ਇਬਰਾਨੀਆਂ ਭਾਗ 3 6 ਅਕਤੂਬਰ 1957 ਸਨ। ਉਹ ਜੇ ਮਹਾਨ ਪਵਿੱਤਰ ਚਰਚ ਨੂੰ ਇਹ ਚੀਜ਼ਾਂ ਕਰਨ ਦੀ ਆਪਣੀ ਸ਼ਕਤੀ ਦਾ ਅਹਿਸਾਸ ਹੁੰਦਾ, ਪਰ ਇੱਥੇ ਬਹੁਤ ਜ਼ਿਆਦਾ ਸ਼ੱਕ ਅਤੇ ਡਰ ਅਤੇ ਕੰਬਣਾ ਹੈ। ਉਹ ਇਹ ਸੋਚ ਰਿਹਾ ਹੈ ਕਿ ਕੀ ਹੋਵੇਗਾ, ਕੀ ਇਹ ਹੋ ਸਕਦਾ ਹੈ। ਜਿੰਨਾ ਚਿਰ ਇਹ ਮੌਜੂਦ ਹੈ ਚਰਚ ਕਦੇ ਵੀ ਸਿੱਧਾ ਖੜਾ ਨਹੀਂ ਹੋ ਸਕਦਾ ਅਤੇ ਜਦੋਂ ਡਰ ਦੀ ਹਰ ਗੱਲ ਖਤਮ ਹੋ ਜਾਂਦੀ ਹੈ, ਪਵਿੱਤਰ ਆਤਮਾ ਪੂਰੀ ਤਰ੍ਹਾਂ ਚਰਚ ਦੇ ਨਿਯੰਤਰਣ ਵਿੱਚ ਹੈ।
ਫਿਰ ਸਾਰੇ ਡਰ ਦੂਰ ਹੋ ਗਏ ਹਨ ਅਤੇ ਉਸ ਚਰਚ ਦੇ ਕੋਲ ਸ਼ਕਤੀ ਹੈ। ਦੇਖਿਆ ਕਿਉਂ? ਉਹਨਾਂ ਕੋਲ ਉਹ ਸਭ ਕੁਝ ਹੈ ਜੋ ਵੀ ਸਵਰਗ ਵਿੱਚ ਹੈ। ਉਹ ਸਿੰਘਾਸਨ ਦੇ ਰਾਜਦੂਤ ਹਨ। ਬਿਲਕੁਲ ਮਸੀਹ ਦੇ ਰਾਜਦੂਤ ਦੇ ਕੋਲ ਅਧਿਕਾਰ ਹੈ ਅਤੇ ਜੋ ਕੁਝ ਮਸੀਹ ਦਾ ਹੈ ਉਹ ਉਸ ਰਾਜਦੂਤ ਦਾ ਹੈ। ਅਤੇ ਉਸਨੇ ਕਿਹਾ, ਤੁਸੀਂ ਸਾਰੇ ਸੰਸਾਰ ਵਿੱਚ ਜਾਓ, ਪਵਿੱਤਰ ਆਤਮਾ ਤੁਹਾਡੇ ਉੱਤੇ ਆਉਣ ਤੋਂ ਬਾਅਦ ਤੁਸੀਂ ਮੇਰੇ ਗਵਾਹ ਹੋ। ਅਤੇ ਗਵਾਹ ਕੀ ਹੈ? ਰਾਜਦੂਤ ਹੈ। ਉਹਦਾ ਆਉਣਾ ਅਤੇ ਕੁਝ ਗਵਾਹੀ ਦੇਣਾ ਹੈ। ਸਵਰਗ ਦੀਆਂ ਸਾਰੀਆਂ ਸ਼ਕਤੀਆਂ ਤੁਹਾਡੇ ਹੱਥਾਂ ਦੇ ਵਿੱਚ ਹਨ। ਉਹ ਅਸੀਂ ਕਿਉਂ ਬੈਠੇ ਹਾਂ ਅਤੇ ਚਰਚ ਬੰਜਰ ਹੈ ਅਤੇ ਅਸੀਂ ਸੁਸਤ ਹੋ ਜਾਂਦੇ ਹਾਂ ਕਿਉਂਕਿ ਅਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਪਹਿਚਾਨਦੇ। ਦਿਲ ਤੋਂ ਵਿਸ਼ਵਾਸ 23 ਜੂਨ 1957 ਸਨ। ਮੈਂ ਅੱਜ ਸਵੇਰ ਥੋੜੇ ਸਮੇਂ ਲਈ ਤੁਹਾਡਾ ਧਿਆਨ ਪ੍ਰਭੂ ਦੇ ਵਚਨ ਵੱਲ ਖਿੱਚਣਾ ਚਾਹਾਂਗਾ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਵੱਲ ਪੂਰਾ ਧਿਆਨ ਦਿਓ। ਧਿਆਨ ਨਾਲ ਸੁਣੋ ਇਸ ਵਚਨ ਦੀ ਕੀਮਤ। ਪ੍ਰਭੂ ਲਈ ਉਸ ਦੇ ਕੰਮ ਅਤੇ ਉਸ ਦੇ ਵਚਨ ਵਿੱਚ 25 ਸਾਲਾਂ ਦੀ ਸੇਵਕਾਈ ਤੋਂ ਬਾਅਦ ਅਤੇ ਇਸ ਤੋਂ ਬਾਅਦ ਅੰਤਰਰਾਸ਼ਟਰੀ ਖੁਸ਼ਖਬਰੀ ਦੇ 12 ਸਾਲ ਵਿੱਚ ਆਉਣ ਤੋਂ ਬਾਅਦ ਅਤੇ ਪ੍ਰਭੂ ਦੀ ਕਿਰਪਾ ਦੇ ਨਾਲ ਹਜ਼ਾਰਾਂ ਲੋਕਾਂ ਨੂੰ ਮਿਲਣ ਤੋਂ ਬਾਅਦ ਅਤੇ ਪ੍ਰਭੂ ਨੂੰ ਆਪਣੀ ਸੇਵਕਾਈ ਦੀਆਂ ਮੁਹਿੰਮਾਂ ਦੇ ਵਿੱਚ ਦੇਖਣ ਤੋਂ ਬਾਅਦ, ਜਦੋਂ ਹੁਣ ਮੈਂ ਉਸ ਵੱਲ ਵੇਖਦਾ ਹਾਂ, ਉਹ ਠੀਕ 20 ਲੱਖ ਲੋਕਾਂ ਵੱਲ ਜਾਂ 15 ਲੱਖ ਸੰਭਾਵਿਤ ਤੌਰ ਤੇ ਮੀਟਿੰਗ ਵਿੱਚ, ਸਾਡੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੈਂ ਇਸ ਨਤੀਜੇ ਤੇ ਪੁੱਜਾ ਹਾਂ ਕਿ ਪਰਮੇਸ਼ਰ ਵਾਸਤੇ ਲੋਕਾਂ ਲਈ ਕੁਝ ਕਰਨਾ ਅਸੰਭਵ ਹੈ ਜਦੋਂ ਤੱਕ ਲੋਕ ਪਹਿਲਾਂ ਇਹ ਤੈਅ ਨਹੀਂ ਕਰ ਲੈਂਦੇ ਕਿ ਇਹ ਸੱਚ ਹੈ ਜਾਂ ਨਹੀਂ ਹੈ। ਕਿੰਨੇ ਇਸ ਦਾ ਵਿਸ਼ਵਾਸ ਕਰਦੇ ਹਨ? ਮੈਂ ਇੱਕ ਥਾਂ ਪੜ੍ਹਿਆ ਹੈ ਕਿ ਭਾਈ ਬ੍ਰਨਮ 1 ਕਰੋੜ ਤੋਂ ਵੱਧ ਲੋਕਾਂ ਦੇ ਸੰਪਰਕ ਵਿੱਚ ਸਿੱਧੇ ਜਾਂ ਅਸਿੱਧੇ ਤੌਰ ਤੇ, ਮੇਰਾ ਮੰਨਣਾ ਹੈ ਕਿ ਉਹਦੇ ਸ਼ਬਦ ਸਨ, ਆਏ ਸਨ। ਪੈਂਤੇਕੋਸਤ ਦੇ ਦਿਨਾਂ ਤੋਂ ਇਹ ਅੰਜੀਲ ਦਾ ਸਭ ਤੋਂ ਸ਼ਕਤੀਸ਼ਾਲੀ ਪ੍ਰਦਰਸ਼ਨ ਸੀ ਅਤੇ ਪ੍ਰਭੂ ਬਿਲਕੁਲ ਉਸੇ ਤਰ੍ਹਾਂ ਕਰਨ ਵਾਲਾ ਹੈ ਜਿਸ ਤਰ੍ਹਾਂ ਉਸਨੇ ਭਾਈ ਬ੍ਰਨਮ ਦੇ ਵੇਲੇ ਕੀਤਾ। ਜਿਵੇਂ ਏਲੀਆ ਦੇ ਕੋਲ ਜੋ ਕੁਝ ਸੀ ਉਸ ਦਾ ਦੁੱਗਣਾ ਹਿੱਸਾ ਅਲੀਸ਼ਾ ਉੱਤੇ ਆਇਆ। ਅਸੀਂ ਕਲੀਸਿਆ ਉੱਪਰ ਮਹਾਨ ਸ਼ਕਤੀ ਦੇ ਆਉਣ ਦੀ ਉਡੀਕ ਕਰ ਰਹੇ ਹਾਂ ਅਤੇ ਭਾਈ ਬ੍ਰਨਮ ਨੇ ਕਿਹਾ ਸੀ ਕਿ ਇਹ ਇੱਥੇ ਹੋਵੇਗਾ ਅਤੇ ਇਹ ਸੰਸਾਰ ਨੂੰ ਹਿਲਾ ਦੇਵੇਗਾ। ਮੈਨੂੰ ਉਮੀਦ ਹੈ ਕਿ ਮੈਂ ਅੱਜ ਸਵੇਰ ਤੁਹਾਡੀ ਮਦਦ ਕਰਨ ਲਈ ਕੁਝ ਕਿਹਾ ਹੈ। ਇਸ ਧਰਤੀ ਲਈ ਪਰਮੇਸ਼ਵਰ ਦੀ ਆਖਰੀ ਗਵਾਹੀ ਇੱਕ ਸਾਮਰਥ ਹੈ ਜੋ ਇੱਕ ਦਿਨ ਇਸ ਪਰਾਈ ਕੌਮ ਦੀ ਦੁਲਹਨ ਵਿੱਚ ਆਉਣ ਵਾਲੀ ਹੈ ਅਤੇ ਇੱਕ ਦਿਨ ਵਿੱਚ ਹੀ ਇਹ ਖੁਸ਼ਖਬਰੀ ਯਹੂਦੀਆਂ ਵੱਲ ਮੁੜ ਜਾਵੇਗੀ। ਸਾਰਦਿਸ ਕਲੀਸੇ ਕਾਲ। ਜਿਸ ਤਰ੍ਹਾਂ ਕਣਕ ਦਾ ਦਾਣਾ ਜੋ ਵਾਢੀ ਦੇ ਸਮੇਂ ਤੱਕ ਬੂਟਾ ਬਣ ਗਿਆ, ਚਰਚ ਦਾ ਲੇਖਾ ਜੋਖਾ ਹੈ। ਕਣਕ ਦਾ ਸਾਰਾ ਪੌਦਾ ਕਣਕ ਦਾ ਬੀਜ ਨਹੀਂ ਹੈ ਅਤੇ ਸਾਰਾ ਪੌਦਾ ਵਾਢੀ ਵਿੱਚ ਨਹੀਂ ਵਰਤਿਆ ਜਾਂਦਾ। ਉਸੇ ਤਰ੍ਹਾਂ ਚਰਚ ਦੇ ਨਾਲ ਸਾਰੀ ਕਲੀਸਿਆ ਲਾੜੀ ਨਹੀਂ ਹੈ ਅਤੇ ਨਾ ਹੀ ਸਭ ਨੂੰ ਅਨੰਤ ਜੀਵਨ ਦਿੱਤਾ ਗਿਆ ਹੈ, ਪਰ ਇਸ ਦਾ ਇੱਕ ਹਿੱਸਾ ਭੜੋਲੇ ਵਿੱਚ ਇਕੱਠਾ ਕੀਤਾ ਜਾਂਦਾ ਹੈ ਤਾਂ ਜੋ ਇਹ ਦੂਜੇ ਪੁਨਰ ਉਥਾਨ ਵਿੱਚ ਸਦੀਵਕ ਜੀਵਨ ਵਿੱਚ ਦਾਖਲ ਹੋ ਸਕੇ, ਅਤੇ ਇੱਕ ਹਿੱਸਾ ਜਿਸ ਨੂੰ ਤੂੜੀ ਮੰਨਿਆ ਜਾਂਦਾ ਹੈ ਅੱਗ ਦੀ ਝੀਲ ਵਿੱਚ ਸੁੱਟ ਦਿੱਤਾ ਜਾਂਦਾ ਹੈ। ਅਤੇ ਇਹ ਬਿਲਕੁਲ ਉਹੀ ਹੈ ਜੋ ਯੂਹੰਨਾ ਬਪਤਿਸਮਾ ਦੇਣ ਵਾਲੇ ਅਤੇ ਯਿਸੂ ਨੇ ਕਿਹਾ ਸੀ, ਕਿਉਂਕਿ ਯੂਹੰਨਾ ਨੇ ਕਿਹਾ ਸੀ ਕਿ ਕਣਕ ਇਕੱਠੀ ਕੀਤੀ ਜਾਵੇਗੀ ਅਤੇ ਤੂੜੀ ਨੂੰ ਸਾੜ ਦਿੱਤਾ ਜਾਵੇਗਾ, ਅਤੇ ਯਿਸੂ ਨੇ ਕਿਹਾ ਜੰਗਲੀ ਬੂਟੀ ਨੂੰ ਬੰਨੋ ਅਤੇ ਫਿਰ ਕਣਕ ਇਕੱਠੀ ਕਰੋ। ਵਿਸ਼ਵ ਸੰਗਠਨ ਦੀ ਯੋਜਨਾ ਜੰਗਲੀ ਬੂਟੀ ਦੇ ਪੂਲੇ ਬੰਨਣਾ ਹੈ। ਚਰਚਾਂ ਇਕੱਠੀਆਂ ਹੋਣਗੀਆਂ ਤਾਂ ਜੋ ਜੰਗਲੀ ਬੂਟੀ ਪਹਿਲਾਂ ਬੰਨੀ ਜਾਵੇ, ਭਾਵੇਂ ਕਿ ਉਹਨਾਂ ਦਾ ਅੰਤ ਅੱਗ ਵਿੱਚ ਸੜਨਾ ਹੈ। ਉਹ ਬੰਨਣ ਦੇ ਸਮੇਂ ਜਲਾਈਆਂ ਨਹੀਂ ਜਾਣਗੀਆਂ, ਸਗੋਂ ਇੱਕ ਨਿਰਧਾਰਤ ਸਮੇਂ ਦੇ ਲਈ ਰੱਖ ਦਿੱਤੀਆਂ ਜਾਣਗੀਆਂ ਜੋ ਕਿ 1000 ਸਾਲ ਰਾਜ ਦੇ ਅੰਤ ਵਿੱਚ ਹੈ ਜਾਂ ਦੂਸਰੇ ਪੁਨਰ ਉਥਾਨ ਦੇ ਸਮੇਂ ਤੇ। ਪਰ ਇੱਕ ਵਾਰ ਪੂਲੇ ਬੱਜੇ ਜਾਂਦੇ ਹਨ, ਮਸੀਹ ਵਿਰੋਧੀ ਪ੍ਰਗਟ ਕੀਤਾ ਜਾਂਦਾ ਹੈ ਅਤੇ ਇਸ ਦਰਮਿਆਨ ਦੁਲਹਨ ਦਾ ਉਠਾਇਆ ਜਾਣਾ ਹੋ ਜਾਂਦਾ ਹੈ। ਤਾਂ ਦਿਨ ਆਉਂਦਾ ਹੈ ਜਦੋਂ ਸਾਰੇ ਇੱਕ ਜਗ੍ਹਾ ਖੜੇ ਹੁੰਦੇ ਹਨ, ਜਿਸ ਤਰ੍ਹਾਂ ਦਾਨੀਏਲ ਦੀ ਪੁਸਤਕ ਵਿੱਚ ਦੇਖਿਆ ਗਿਆ। ਰਾਜਾ ਉੱਥੇ ਆਪਣੀ ਦੁਲਹਨ ਦੇ ਨਾਲ ਹੁੰਦਾ ਹੈ ਅਤੇ ਉਹਨਾਂ ਦੇ ਸਾਹਮਣੇ ਉਹ ਭੀੜ ਜਿਸ ਦਾ ਨਿਆਂ ਕੀਤਾ ਜਾਣਾ ਹੁੰਦਾ ਹੈ ਖੜੋਤੀ ਹੁੰਦੀ ਹੈ। ਹਾਂ, ਇਹ ਸਭ ਉੱਥੇ ਹਨ। ਸਾਰੀਆਂ ਪੋਥੀਆਂ ਖੋਲੀਆਂ ਜਾਂਦੀਆਂ ਹਨ, ਸਭ ਦਾ ਅੰਤਿਮ ਨਿਆਂ ਕੀਤਾ ਜਾਂਦਾ ਹੈ। ਵਾਢੀ ਅਸਲ 'ਚ ਪੂਰੀ ਹੁੰਦੀ ਹੈ। ਪੋਥੀਆਂ ਜੋ ਖੋਲੀਆਂ ਗਈਆਂ ਸਨ ਬੰਦ ਕੀਤੀਆਂ ਜਾਂਦੀਆਂ ਹਨ।